ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +1 ਕਲਾਸ ਦੇ ਸੈਕਸ਼ਨ B ਦੀ 5ਵੀਂ ਪੋਇਮ ਕਨਫੈਸ਼ਨਸ ਆਫ ਅ ਬੋਰਨ ਸਪੈਕਟੇਟਰ, ਜਿਸ ਨੂੰ ਕਿ ਔਗਡਨ ਨੈਸ਼ ਨੇ ਲਿਖਿਆ ਹੋਇਆ ਹੈ, ਇਸ ਪੋਇਮ ਦੇ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਇਸ ਪੋਇਮ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਅਸੀਂ ਇਸ ਪੋਇਮ ਦੇ ਟੈਕਸਟ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਕਵਰ ਕੀਤੀ ਸੀ। ਜਿਸ ਤਰ੍ਹਾਂ ਕਿ ਬੱਚਿਓ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਸ ਪੋਇਮ ਦੇ ਟੈਕਸਟ ਨੂੰ ਆਪਣੇ ਵੱਲੋਂ ਬਹੁਤ ਹੀ ਡਿਟੇਲ ਦੇ ਵਿੱਚ ਅਤੇ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਐਕਸਪਲੇਨ ਕੀਤਾ ਹੈ, ਅਤੇ ਨਾਲ ਹੀ ਅਸੀਂ ਇਸ ਪੋਇਮ ਦੇ ਪੋਇਟ ਔਗਡਨ ਨੈਸ਼ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਵੀ ਸਮਝਿਆ ਹੈ। ਇਸ ਪੋਇਮ ਦੇ ਵਿੱਚ ਜਿੰਨੇ ਵੀ ਗਲੋਸਰੀ ਦੇ ਟਰਮਸ ਜਾਂ ਵਰਡਸ ਆਏ ਨੇ, ਅਸੀਂ ਉਹਨਾਂ ਸਾਰੇ ਵਰਡਸ ਨੂੰ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਸਮਝਿਆ ਹੈ, ਅਤੇ ਨਾਲ ਹੀ ਇਸ ਪੋਇਮ ਦੇ ਵਿੱਚ ਹੋਰ ਵੀ ਜੋ ਡਿਫਿਕਲਟ ਵਰਡਸ ਆਏ ਨੇ ਜਾਂ ਫਰੇਜ਼ ਆਏ ਨੇ, ਉਹਨਾਂ ਨੂੰ ਵੀ ਮੈਂ ਨਾਲੋਂ ਨਾਲ ਐਕਸਪਲੇਨ ਕੀਤਾ ਹੈ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ, ਕਿਉਂਕਿ ਅੱਜ ਵਾਲੇ ਵੀਡੀਓ ਦੇ ਕੁਐਸਚਨਸ ਆਨਸਰਸ ਨੂੰ ਸਮਝਣ ਦੇ ਲਈ ਪੋਇਮ ਦੇ ਟੈਕਸਟ ਦੀ ਐਕਸਪਲੇਨੇਸ਼ਨ ਦੀ ਸਮਝ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਪੋਇਮ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਜੋ ਮੈਂ ਐਕਸਪਲੇਨੇਸ਼ਨ ਸਮਝਾਈ ਹੈ ਉਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਅੱਜ ਵਾਲੇ ਵੀਡੀਓ ਦੇ ਵਿੱਚ ਅਸੀਂ ਇਸ ਪੋਇਮ ਦੇ ਸੈਂਟਰਲ ਆਈਡੀਆ ਵਾਲੇ ਕੁਐਸਚਨ ਨੂੰ ਤਾਂ ਡਿਸਕਸ ਕਰਾਂਗੇ ਹੀ, ਪਰੰਤੂ ਉਸ ਦੇ ਨਾਲ ਹੀ ਅਸੀਂ ਇਸ ਪੋਇਮ ਦੇ ਟੈਕਸਟ ਦੇ ਐਂਡ 'ਤੇ ਜੋ ਟੈਕਸਚੁਅਲ ਐਕਸਰਸਾਈਜ਼ਿਸ ਦੇ ਵਿੱਚ ਕੁਐਸਚਨ ਆਨਸਰਸ ਦਿੱਤੇ ਹੋਏ ਨੇ, ਉਹ ਆਪਾਂ ਸਾਰੇ ਕੁਐਸਚਨਸ ਕਵਰ ਕਰਾਂਗੇ। ਜਿਵੇਂ ਕਿ ਪਹਿਲੀ ਐਕਸਰਸਾਈਜ਼ ਦੇ ਵਿੱਚ ਟੋਟਲ 5 ਸ਼ਾਰਟ ਆਨਸਰ ਟਾਈਪ ਕੁਐਸਚਨ ਦਿੱਤੇ ਹੋਏ ਨੇ, ਅਸੀਂ ਇਹ ਵੀ ਸਮਝਾਂਗੇ। ਇਸੇ ਤਰ੍ਹਾਂ ਐਕਸਰਸਾਈਜ਼ ਨੰਬਰ 2 ਦੇ ਵਿੱਚ ਕੁਝ ਮਲਟੀਪਲ ਚੋਇਸ ਟਾਈਪ ਕੁਐਸਚਨ ਵੀ ਦਿੱਤੇ ਹੋਏ ਨੇ, ਅਸੀਂ ਉਹ ਵੀ ਸਮਝਾਂਗੇ। ਇਸੇ ਤਰ੍ਹਾਂ ਐਕਸਰਸਾਈਜ਼ ਨੰਬਰ 3 ਦੇ ਵਿੱਚ ਟੈਂਜ਼ਾ ਦੇ ਕੇ ਤੁਹਾਨੂੰ ਉਸ ਦੇ ਨਾਲ ਰਿਲੇਟਡ ਕੁਝ ਕੁਐਸਚਨਸ ਪੁੱਛੇ ਗਏ ਨੇ, ਅਸੀਂ ਉਹਨਾਂ ਦੇ ਆਨਸਰਸ ਵੀ ਡਿਸਕਸ ਕਰਾਂਗੇ। ਤਾਂ ਸਟੂਡੈਂਟ, ਸਾਡਾ ਇਸ ਪੋਇਮ ਦਾ ਜੋ ਮੇਨ ਕੁਐਸਚਨ ਹੈ ਉਹ ਹੈ ਕਿ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਕਨਫੈਸ਼ਨਸ ਆਫ ਅ ਬੋਰਨ ਸਪੈਕਟੇਟਰ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਕਿ ਅਸੀਂ ਕਨਫੈਸ਼ਨਸ ਆਫ ਅ ਬੋਰਨ ਸਪੈਕਟੇਟਰ ਪੋਇਮ ਦਾ ਸੈਂਟਰਲ ਆਈਡੀਆ ਲਿਖੀਏ। ਤਾਂ ਬੱਚਿਓ, ਸੈਂਟਰਲ ਆਈਡੀਆ ਸਮਝਣ ਦੇ ਲਈ ਸਾਨੂੰ ਪਹਿਲਾਂ ਮਾਈਂਡ ਮੈਪ ਸਮਝਣਾ ਕਾਫੀ ਜ਼ਿਆਦਾ ਜ਼ਰੂਰੀ ਹੈ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਅਸੀਂ ਪੋਇਮ ਦਾ ਨੇਮ ਮਿਡਲ 'ਚ ਰੱਖਦੇ ਹਾਂ। ਇਸ ਦੇ ਪੋਇਟ ਨੇ ਜੀ ਔਗਡਨ ਨੈਸ਼। ਤਾਂ ਜਿਹੜਾ ਪਹਿਲਾ ਸਾਨੂੰ ਪੁਆਇੰਟ ਇਸ ਪੋਇਮ ਨੂੰ ਪੜ੍ਹ ਕੇ ਮਿਲਦਾ ਹੈ ਉਹ ਹੈ ਕਿ ਪੋਇਟ ਐਡਮਾਇਰਸ ਐਥਲੀਟਸ ਫॉर देयर ਫਾਈਟਿੰਗ ਡਿਟਰਮੀਨੇਸ਼ਨ। ਪੂਰੀ ਪੋਇਮ ਦੇ ਵਿੱਚ ਜਿਹੜਾ ਕਵੀ ਹੈ ਉਹ ਐਥਲੀਟਸ ਨੂੰ ਐਡਮਾਇਰ ਕਰਦਾ ਹੈ। ਐਡਮਾਇਰ ਦਾ ਮਤਲਬ ਉਹਨਾਂ ਦੀ ਪ੍ਰਸ਼ੰਸਾ ਕਰਦਾ ਹੈ, ਇੱਜ਼ਤ ਕਰਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਇੱਕ ਫਾਈਟਿੰਗ ਡਿਟਰਮੀਨੇਸ਼ਨ ਹੈ, ਇੱਕ ਲੜਾਈ ਦਾ ਜਜ਼ਬਾ ਹੈ। ਉਹ ਜਿੱਤ ਦੇ ਲਈ ਲੜਦੇ ਨੇ ਵਿਰੋਧੀ ਟੀਮ ਦੇ ਨਾਲ। ਇਸ ਚੀਜ਼ ਦਾ ਸਾਨੂੰ ਪੋਇਮ ਦੀ 7ਵੀਂ ਲਾਈਨ ਤੋਂ ਪਤਾ ਲੱਗਦਾ ਹੈ, ਜਦੋਂ ਕਹਿੰਦਾ ਹੈ ਕਿ ਵਿਦ ਆਲ ਮਾਈ ਹਾਰਟ ਆਈ ਡੂ ਐਡਮਾਇਰ ਐਥਲੀਟਸ ਹੂ ਸਵੈਟ ਫॉर ਫਨ ਔਰ ਹਾਇਰ। ਕਿ ਮੈਂ ਪੂਰੇ ਮਨ ਨਾਲ ਉਹਨਾਂ ਸਾਰੇ ਐਥਲੀਟਸ ਨੂੰ ਐਡਮਾਇਰ ਕਰਦਾ, ਉਹਨਾਂ ਦੀ ਪ੍ਰਸ਼ੰਸਾ ਕਰਦਾ, ਇੱਜ਼ਤ ਕਰਦਾ ਜੋ ਪਸੀਨਾ ਵਹਾਉਂਦੇ ਨੇ ਖੇਡ ਦੇ ਮੈਦਾਨ ਵਿੱਚ। ਕਾਹਦੇ ਲਈ? ਫਨ ਦੇ ਲਈ, ਸਾਡਾ ਮਨੋਰੰਜਨ ਕਰਨ ਦੇ ਲਈ, ਜਾਂ ਫਿਰ ਕੁਝ ਖਿਡਾਰੀ ਪੈਸੇ ਲਈ ਵੀ ਖੇਡਦੇ ਨੇ। ਤਾਂ ਉਹਨਾਂ ਸਾਰਿਆਂ ਦੀ ਉਹ ਇੱਜ਼ਤ ਕਰਦਾ ਹੈ। ਦੂਸਰਾ ਪੁਆਇੰਟ ਜੋ ਸਾਨੂੰ ਇਸ ਪੋਇਮ ਤੋਂ ਮਿਲਦਾ ਹੈ ਕਿ ਸੈਲੀਬ੍ਰੇਟਸ ਅਚੀਵਮੈਂਟ ਆਫ ਐਥਲੀਟਸ, ਕਿ ਜਿਹੜਾ ਪੋਇਟ ਹੈ ਉਹ ਐਥਲੀਟਸ ਦੀ ਅਚੀਵਮੈਂਟ ਨੂੰ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਵੀ ਸੈਲੀਬ੍ਰੇਟ ਕਰਦਾ ਹੈ, ਉਹਨਾਂ ਦੀ ਵੀ ਉਹ ਖੁਸ਼ੀਆਂ ਮਨਾਉਂਦਾ ਹੈ। ਤੀਸਰਾ ਪੁਆਇੰਟ ਸਾਨੂੰ ਮਿਲਦਾ ਹੈ ਜੀ ਕਿ ਪੋਇਟ ਲਵਸ ਟੂ ਵਾਚ ਪਲੇਅਰਸ ਇਨ ਵੇਰੀਅਸ ਕੰਟੈਸਟ। ਅੱਛਾ, ਪੋਇਟ ਕਾਫੀ ਸਾਰੀਆਂ ਖੇਡਾਂ ਦਾ ਸ਼ੌਕੀਨ ਹੈ, ਉਹ ਪਲੇਅਰਸ ਨੂੰ ਦੇਖਣਾ ਪਸੰਦ ਕਰਦਾ ਹੈ ਵੇਰੀਅਸ ਕੰਟੈਸਟ, ਅਲੱਗ-ਅਲੱਗ ਮੁਕਾਬਲਿਆਂ ਦੇ ਵਿੱਚ। ਸਾਨੂੰ ਪੂਰੀ ਪੋਇਮ ਪੜ੍ਹ ਕੇ ਪਤਾ ਚੱਲਦਾ ਹੈ ਕਿ ਉਹ ਬੇਸਬਾਲ ਦਾ ਵੀ ਪ੍ਰਸ਼ੰਸਕ ਹੈ, ਉਹ ਰਗਬੀ ਦਾ ਵੀ ਪ੍ਰਸ਼ੰਸਕ ਹੈ, ਉਸਨੂੰ ਬਾਕਸਿੰਗ ਵੀ ਅੱਛੀ ਲੱਗਦੀ ਹੈ, ਹਾਰਸ ਰਾਈਡਿੰਗ ਵੀ ਅੱਛੀ ਲੱਗਦੀ ਹੈ। ਤਾਂ ਕਾਫੀ ਸਾਰੀਆਂ ਗੇਮਸ ਦਾ ਸਾਨੂੰ ਪਤਾ ਚੱਲਦਾ ਹੈ ਕਿ ਉਹ ਅਸਲ ਮਾਇਨਿਆਂ ਦੇ ਵਿੱਚ ਖੇਡਾਂ ਦਾ ਸ਼ੌਕੀਨ ਹੈ। ਪੋਇਟ ਨੈਵਰ ਵਾਂਟਸ ਟੂ ਟੇਕ ਪਾਰਟ ਇਨ ਐਨੀ ਗੇਮ। ਪੋਇਮ ਦੇ ਵਿੱਚ ਉਹ ਕਈ ਵਾਰੀ ਕਹਿੰਦਾ ਹੈ ਕਿ ਮੈਂ ਗੇਮ ਦੇਖਣੀ ਤਾਂ ਪਸੰਦ ਕਰਦਾ, ਪਰੰਤੂ ਮੈਂ ਗੇਮ ਖੇਡਣੀ ਪਸੰਦ ਨਹੀਂ ਕਰਦਾ। ਉਸ ਦੀ ਪ੍ਰੂਡੈਂਸ ਅਤੇ ਈਗੋ ਦੇ ਵਿਚਕਾਰ ਇੱਕ ਸੰਘਰਸ਼ ਵੀ ਚੱਲਦਾ ਹੈ। ਅਸੀਂ ਇਹ ਸਾਰੀਆਂ ਲਾਈਨਸ ਪੜ੍ਹੀਆਂ ਨੇ, ਪਰੰਤੂ ਉਹ ਹਮੇਸ਼ਾ ਇਹ ਕਹਿੰਦਾ ਹੈ ਕਿ ਮੈਂ ਗੇਮਸ ਦੇ ਵਿੱਚ ਕਦੇ ਵੀ ਪਾਰਟਿਸਿਪੇਟ ਨਹੀਂ ਕਰਨਾ ਚਾਹਾਂਗਾ। ਹੀ ਡਜ਼ਨਟ ਵਾਂਟ ਟੂ ਗੈਟ ਹਰਟ, ਕਦੇ ਵੀ ਉਸਦੇ ਸੱਟ ਲੱਗ ਜਾਵੇ ਉਹ ਇਹ ਨਹੀਂ ਚਾਹੁੰਦਾ। ਇੱਕ ਕਾਰਨ ਇਹ ਵੀ ਹੈ ਕਿ ਉਸਨੇ ਪੋਇਮ ਦੇ ਵਿੱਚ ਕਈ ਵਾਰੀ ਕਿਹਾ ਕਿ ਮੇਰੀ ਜਿਹੜੀ ਬੋਡੀ ਆ ਬੜੀ ਮੋਡੈਸਟ ਜੀ ਹੈ, ਬੜੀ ਹੀ ਨਿਮਾਣੀ ਜੀ ਹੈ, ਮੇਰੀ ਬੋਡੀ ਸਟਰੋਂਗ ਨਹੀਂ ਹੈ ਐਥਲੀਟਾਂ ਵਾਂਗੂ। ਇਸ ਕਰਕੇ ਉਹਨੂੰ ਇਹ ਲੱਗਦਾ ਕਿ ਜੇ ਮੈਂ ਖੇਡਾਂ ਵਿੱਚ ਪਾਰਟਿਸਿਪੇਟ ਕਰੂੰਗਾ ਤਾਂ ਮੇਰੇ ਸੱਟ ਲੱਗ ਜਾਏਗੀ, ਇਸ ਕਰਕੇ ਉਹ ਖੇਡਾਂ 'ਚ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦਾ। ਹੀ ਇਜ਼ ਕੰਟੈਂਟ ਟੂ ਰਿਮੇਨ ਅ ਸਪੈਕਟੇਟਰ
ਐਂਡ ਦੇ ਵਿੱਚ ਉਹ ਇਹ ਪੋਇਮ ਦੇ ਦੱਸ ਵੀ ਦਿੰਦਾ ਹੈ, ਮੈਂ खुश हाँ, मैं संतुष्ट हाँ। कंटेंट का मतलब होंदा बच्चों इत्थे संतुष्ट, कि मैं संतुष्ट हाँ एक स्पैक्टेटर के तौर पर। स्पैक्टेटर मतलब दर्शक के तौर पर मैं संतुष्ट है, मैं प्लेयर नहीं बनना चाहता। तो ये सारिया गल्लां बच्चों असी इस पोइम चों पढ़िया ने। असी इन्हां सारे पॉइंट्स नूं असी अपने सेंट्रल आइडिया वाले आंसर दे विच डिवेलप कर सकते हैं। स्टूडेंट्स मैं दसना चाहांगा कि असी क्लास +1 जनरल इंग्लिश के बहुत सारे चैप्टर्स ऑलरेडी कवर कर चुके हैं। +1 क्लास की सैक्शन ए दे असी बहुत सारे ऐसे जिमें कि पहला चैप्टर है साडा जेंडर बाइस, सैकेंड चैप्टर द पोर्ट्रेट ऑफ अ लेडी, 4th चैप्टर लिबर्टी एंड डिसिप्लिन, 5th चैप्टर अ प्रेजिडेंट स्पीक्स, 6th चैप्टर द अर्थ इज़ नॉट आर्स, 7th चैप्टर लैट्स नॉट फॉरगेट द मार्टर्स ਅਤੇ 8ਵਾਂ ਚੈप्टर ਵਾਟਰ ਆਰ ਟਰੂ ਐਲਿਕਸਰ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਅਸੀਂ ਸੈਕਸ਼ਨ ਬੀ ਦੀਆਂ ਕਾਫੀ ਸਾਰੀਆਂ ਪੋਇਮ, ਜਿਵੇਂ ਕਿ ਪਹਿਲੀ ਪੋਇਮ ਹੈ ਸਾਡੀ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ, ਸੈਕਿੰਡ ਪੋਇਮ ਮਦਰਸ ਡੇ, ਥਰਡ ਪੋਇਮ ਟੈਲੀਵਿਜ਼ਨ, ਫੋਰਥ ਪੋਇਮ ਉਪਾਗੁਪ ਅਤੇ 6th ਪੋਇਮ ਦ ਲਿਟਲ ਬਲੈਕ ਬॉय ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਸੈਕਸ਼ਨ ਸੀ ਦੀਆਂ ਕਾਫੀ ਸਾਰੀਆਂ ਸਟੋਰੀਜ਼, ਜਿਵੇਂ ਕਿ ਪਹਿਲੀ ਸਟੋਰੀ ਐਨ ਐਸਟ੍ਰੋਲੋਜਰਸ ਡੇ, ਸੈਕਿੰਡ ਸਟੋਰੀ ਦ ਟਾਈਗਰ ਇਨ ਦ ਟਨਲ, ਥਰਡ ਸਪੈਰੋਜ਼ ਅਤੇ 4th ਸਟੋਰੀ ਦਾ ਮਾਡਲ ਮਿਲੀਨੀਅਰ ਵੀ ਆਲਰੇਡੀ ਕਵਰ ਕਰ ਚੁੱਕੇ ਹਾਂ। ਮੈਂ ਇਹਨਾਂ ਸਾਰੇ ਚੈਪਟਰਸ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਵਾਲੇ ਵੀਡੀਓਜ਼, ਇਹਨਾਂ ਦੇ ਕੁਐਸਚਨ ਆਨਸਰਸ ਅਤੇ ਇਹਨਾਂ ਦੇ ਨਾਲ ਰਿਲੇਟਡ ਜੋ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਵਾਲੇ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਜੇਕਰ ਤੁਸੀਂ ਇਹ ਸਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +1 ਕਲਾਸ ਜਨਰਲ ਇੰਗਲਿਸ਼ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ 'ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਮਾਈਂਡ ਮੈਪ ਦੇਖਣ ਤੋਂ ਬਾਅਦ ਅਸੀਂ ਆਪਣੇ ਆਨਸਰ ਵੱਲ ਆਉਂਦੇ ਹਾਂ। ਅਸੀਂ ਇਸ ਦਾ ਸੈਂਟਰਲ ਆਈਡੀਆ ਇਸ ਤਰ੍ਹਾਂ ਲਿਖਾਂਗੇ ਕਿ ਕਨਫੈਸ਼ਨਸ ਆਫ ਅ ਬੋਰਨ ਸਪੈਕਟੇਟਰ ਇਜ਼ ਰਿਟਨ ਬਾਈ ਔਗਡਨ ਨੈਸ਼। ਜਿਵੇਂ ਕਿ ਮੈਂ ਪਹਿਲਾਂ ਵੀ ਬਹੁਤ ਵਾਰੀ ਤੁਹਾਨੂੰ ਬੱਚਿਓ ਗਾਈਡ ਕੀਤਾ ਹੈ ਕਿ ਜਦੋਂ ਵੀ ਪੋਇਮ ਦਾ ਨਾਮ ਲਿਖਣਾ ਹੈ ਤਾਂ ਉਸ ਨੂੰ ਸਿੰਗਲ ਕੋਟਸ ਦੇ ਵਿੱਚ ਪਾਉਣਾ ਹੈ ਅਤੇ ਉਸ ਦੇ ਜਿਹੜੇ ਕੈਪੀਟਲ ਲੈਟਰਸ ਨੇ ਉਹਨਾਂ ਦਾ ਖਿਆਲ ਰੱਖਣਾ ਹੈ। ਅਤੇ ਇਹ ਪੋਇਮ ਸਾਨੂੰ ਪਤਾ ਹੈ ਕਿ ਔਗਡਨ ਨੈਸ਼ ਦੁਆਰਾ ਲਿਖੀ ਗਈ ਹੈ, ਇਹਨਾਂ ਦੇ ਵੀ ਕੈਪੀਟਲ ਅਤੇ ਸਮੌਲ ਲੈਟਰਸ ਦਾ ਜ਼ਰੂਰ ਧਿਆਨ ਰੱਖਣਾ ਹੈ। In this poem, the poet gives his personal opinion about the athletes. ਹੁਣ ਇਸ ਪੋਇਮ ਦੇ ਵਿੱਚ ਕਵੀ ਨੇ ਆਪਣਾ ਨਿੱਜੀ ਵਿਚਾਰ ਦਿੱਤਾ ਹੈ ਕਾਦੇ ਬਾਰੇ? ਐਥਲੀਟਸ ਬਾਰੇ। ਪਰਸਨਲ ਦਾ ਮਤਲਬ ਇੱਥੇ ਬੱਚਿਓ ਨਿੱਜੀ ਹੋ ਗਿਆ, ਓਪੀਨੀਅਨ ਉਸ ਦਾ ਵਿਚਾਰ ਹੋ ਗਿਆ ਕਿ ਉਸ ਨੇ ਆਪਣੇ ਵਿਚਾਰ ਦਿੱਤੇ ਨੇ ਕਾਦੇ ਬਾਰੇ? ਐਥਲੀਟਸ ਬਾਰੇ। The poet calls himself a born spectator. ਪੂਰੀ ਪੋਇਮ ਤੋਂ ਪੜ੍ਹ ਕੇ ਸਾਨੂੰ ਪਤਾ ਚੱਲਦਾ ਹੈ ਕਿ ਕਵੀ ਆਪਣੇ ਆਪ ਨੂੰ ਇੱਕ ਬੋਰਨ ਸਪੈਕਟੇਟਰ ਕਹਿੰਦਾ ਹੈ। ਕਾਲਸ ਹਿਮਸੈਲਫ, ਉਹ ਆਪਣੇ ਆਪ ਨੂੰ ਕਹਿੰਦਾ ਹੈ ਬੌਨ। ਤਾਂ ਬੌਨ ਸ਼ਬਦ ਬੱਚਿਓ ਥਰਡ ਫਾਰਮ ਹੈ ਜੀ, ਇਸ ਦਾ ਮਤਲਬ ਹੁੰਦਾ ਹੈ ਜਮਾਂਦਰੂ, ਅਤੇ ਸਪੈਕਟੇਟਰ ਦਾ ਮਤਲਬ ਹੁੰਦਾ ਹੈ ਦਰਸ਼ਕ। ਉਹ ਆਪਣੇ ਆਪ ਨੂੰ ਜਮਾਂਦਰੂ ਦਰਸ਼ਕ ਕਹਿੰਦਾ ਹੈ ਕਿ ਮੈਂ ਤਾਂ ਜਨਮ ਤੋਂ ਹੀ ਗੇਮਸ ਨੂੰ ਦੇਖਣ ਵਾਲਾ ਇੱਕ ਦਰਸ਼ਕ ਬਣ ਕੇ ਪੈਦਾ ਹੋਇਆ ਹਾਂ। ਹੀ ਲਾਈਕਸ ਵਾਚਿੰਗ ਐਵਰੀ ਟਾਈਪ ਆਫ ਗੇਮਸ। ਹੁਣ ਉਹ ਹਰ ਤਰ੍ਹਾਂ ਦੀਆਂ ਗੇਮਸ ਨੂੰ ਦੇਖਣੀਆਂ ਪਸੰਦ ਕਰਦਾ ਹੈ। ਹੀ ਲਾਈਕਸ ਵਾਚਿੰਗ, ਵਾਚਿੰਗ ਦਾ ਮਤਲਬ ਦੇਖਣਾ ਹੋ ਗਿਆ, ਐਵਰੀ ਟਾਈਪ ਆਫ ਗੇਮਸ, ਹਰ ਤਰ੍ਹਾਂ ਦੀਆਂ ਗੇਮਸ ਨੂੰ। ਅਸੀਂ ਪੂਰੀ ਪੋਇਮ ਦੇ ਵਿੱਚ ਦੇਖਿਆ ਬੱਚਿਓ ਕਿ ਰਗਬੀ ਦਾ ਜ਼ਿਕਰ ਆਉਂਦਾ ਹੈ, ਬੇਸਬਾਲ ਦਾ, ਬਾਕਸਿੰਗ ਦਾ, ਹੋਰਸ ਰਾਈਡਿੰਗ ਦਾ, ਕਈ ਸਾਰੀਆਂ ਗੇਮਸ ਦਾ ਜ਼ਿਕਰ ਉਹ ਕਰਦਾ ਹੈ। ਮੈਂ ਤੁਹਾਨੂੰ ਪੋਇਟ ਦੀ ਇੰਟਰੋਡਕਸ਼ਨ ਦਿੰਦੇ ਹੋਏ ਦੱਸਿਆ ਸੀ ਕਿ ਪੋਇਟ ਨੂੰ ਖੁਦ ਬੇਸਬਾਲ ਬਹੁਤ ਅੱਛੀ ਲੱਗਦੀ ਸੀ, ਪਰ ਇਹਨਾਂ ਨੂੰ ਬਾਕੀ ਸਾਰੀਆਂ ਗੇਮਸ ਵੀ ਬਹੁਤ ਅੱਛੀਆਂ ਲੱਗਦੀਆਂ ਸੀ। ਬਟ ਹੀ ਡਜ਼ ਨੋਟ ਲਾਈਕ ਟੂ ਪਲੇ ਐਨੀ ਗੇਮ। ਉਹ ਸਾਰੀਆਂ ਤਰ੍ਹਾਂ ਦੀਆਂ ਗੇਮਸ ਦੇਖਣੀਆਂ ਤਾਂ ਪਸੰਦ ਕਰਦੇ ਸੀ, ਪਰੰਤੂ ਆਪ ਉਹ ਕੋਈ ਵੀ ਗੇਮ ਖੇਡਣਾ ਪਸੰਦ ਨਹੀਂ ਸੀ ਕਰਦੇ। ਹੀ ਡਜ਼ ਨੋਟ ਲਾਈਕ, ਉਹ ਪਸੰਦ ਨਹੀਂ ਕਰਦਾ, ਟੂ ਪਲੇ ਐਨੀ ਗੇਮ, ਕਿ ਮੈਂ ਕੋਈ ਵੀ ਗੇਮ ਖੇਡਾਂ। ਹੀ ਇਜ਼ ਅਫਰੇਡ ਆਫ ਗੈਟਿੰਗ ਹਰਟ ਇਨ ਦਾ ਗੇਮਸ। ਇੱਕ ਕਾਰਨ ਗੇਮਸ ਨਾ ਖੇਡਣ ਦਾ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਸੀ। ਹੀ ਇਜ਼ ਅਫਰੇਡ ਆਫ। ਅਫਰੇਡ ਆਫ ਦਾ ਮਤਲਬ ਹੁੰਦਾ ਬੱਚਿਓ ਡਰ ਲੱਗਣਾ। ਅਤੇ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਅਫਰੇਡ ਤੋਂ ਬਾਅਦ ਹਮੇਸ਼ਾ ਆਫ ਪ੍ਰੈਪੋਜੀਸ਼ਨ ਪਾਉਣੀ ਹੈ। ਗੈਟਿੰਗ ਹਰਟ ਜਿਹੜਾ ਹੁੰਦਾ ਹੈ ਇਹ ਇਕੱਠਾ ਹੀ ਫਰੇਜ਼ ਆਉਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਗੈਟ ਹਰਟ ਦਾ ਮਤਲਬ ਹੁੰਦਾ ਹੈ ਸੱਟ ਲੱਗਣੀ। ਉਹਨਾਂ ਨੂੰ ਹਮੇਸ਼ਾ ਸੱਟ ਲੱਗਣ ਦਾ ਖਤਰਾ ਜਾਂ ਡਰ ਬਣਿਆ ਰਹਿੰਦਾ ਸੀ। ਕਿੱਥੇ? ਇਨ ਦਾ ਗੇਮਸ, ਗੇਮਸ ਦੇ ਵਿੱਚ। ਇਸ ਕਰਕੇ ਉਹ ਗੇਮਸ ਖੇਡਣੀਆਂ ਪਸੰਦ ਨਹੀਂ ਸੀ ਕਰਦੇ। ਹੀ ਮੇਕਸ ਅ ਲਾਈਟ ਫਨ ਆਫ ਪਲੇਅਰਸ। ਪੂਰੀ ਪੋਇਮ ਦੇ ਵਿੱਚ ਉਹਨਾਂ ਨੇ ਪਲੇਅਰਸ ਦੇ ਉੱਪਰ, ਖਿਡਾਰੀਆਂ ਦੇ ਉੱਪਰ ਇੱਕ ਹਲਕਾ ਜਿਹਾ ਫਨ, ਹਲਕਾ ਜਿਹਾ ਹਾਸਾ ਕੀਤਾ ਹੈ। ਲਾਈਟ ਫਨ ਦਾ ਮਤਲਬ ਅਜਿਹਾ ਕਿਸੇ ਨਾਲ ਥੋੜ੍ਹਾ ਜਿਹਾ ਹਾਸਾ ਠਿੱਠਾ ਕਰਨਾ ਜਿਸ ਨਾਲ ਕਿ ਦੂਸਰੇ ਪਰਸਨ ਨੂੰ ਬੁਰਾ ਨਾ ਲੱਗੇ, ਤਾਂ ਅਸੀਂ ਉਸ ਨੂੰ ਲਾਈਟ ਫਨ ਕਰਨਾ ਕਹਿੰਦੇ ਹਾਂ। ਸਟੂਡੈਂਟਸ, ਤੁਹਾਡੀ ਪਹਿਲੀ ਐਕਸਰਸਾਈਜ਼ ਦਾ ਜਿਹੜਾ ਪਹਿਲਾ ਹੀ ਕੁਐਸਚਨ ਹੈ ਕਿ ਵਟ ਇਜ਼ ਦਾ ਪੋਇਟ ਗਲੈਡ ਅਬਾਊਟ। ਗਲੈਡ ਦਾ ਮਤਲਬ ਹੁੰਦਾ ਹੈ ਖੁਸ਼ ਹੋਣਾ, ਕਿ ਪੋਇਟ ਨੂੰ ਕਿਸ ਗੱਲ ਦੇ ਬਾਰੇ ਖੁਸ਼ੀ ਹੈ, ਕਿਸ ਗੱਲ ਦੇ ਬਾਰੇ ਸੋਚ ਕੇ ਪੋਇਟ ਖੁਸ਼ ਹੁੰਦਾ ਹੈ, ਇਹ ਕੁਐਸਚਨ ਹੈ। ਤਾਂ ਬੱਚਿਓ ਇਸ ਦਾ ਆਨਸਰ ਵੀ ਮੈਂ ਸੈਂਟਰਲ ਆਈਡੀਆ ਦੇ ਵਿੱਚ ਇਨਕਲੂਡ ਕੀਤਾ ਹੈ। ਇਸ ਦਾ ਆਨਸਰ ਹੈ ਕਿ ਹੀ ਇਜ਼ ਗਲੈਡ ਦੈਟ ਹੀ ਇਜ਼ ਨੋਟ ਐਨ ਐਥਲੀਟ ਐਂਡ ਦ ਐਥਲੀਟਸ ਆਰ ਨੋਟ ਲਾਈਕ ਹਿਮ।
ਉਹ ਖੁਸ਼ ਹੈ, ਗਲੈਡ ਦਾ ਮਤਲਬ ਉਹ ਖੁਸ਼ ਹੈ ਕਿ ਉਹ ਇੱਕ ਐਥਲੀਟ ਨਹੀਂ ਹੈ, ਹੀ ਇਜ਼ ਨੋਟ ਐਨ ਐਥਲੀਟ। ਐਥਲੀਟ ਤੋਂ ਅੱਗੇ ਬੱਚਿਓ ਆਰਟੀਕਲ ਐਨ ਜ਼ਰੂਰ ਪਾਈਓ। ਇਹ ਛੋਟੀਆਂ ਛੋਟੀਆਂ ਗਲਤੀਆਂ ਜੇਕਰ ਸਾਡੀਆਂ ਆਨਸਰ ਵਿੱਚ ਨਹੀਂ ਹੋਣਗੀਆਂ ਤਾਂ ਸਾਨੂੰ ਹਮੇਸ਼ਾ ਮਾਰਕਸ ਜ਼ਿਆਦਾ ਮਿਲਦੇ ਆ। ਐਂਡ ਦ ਐਥਲੀਟਸ ਆਰ ਨੋਟ ਲਾਈਕ ਹਿਮ, ਅਤੇ ਐਥਲੀਟਸ ਵੀ ਉਸ ਵਰਗੇ ਨਹੀਂ ਹਨ। ਹੁਣ ਇੱਥੇ ਕਹਿਣ ਦਾ ਮਤਲਬ ਇਹ ਹੋਇਆ ਕਿ ਉਹ ਇੱਕ ਦਰਸ਼ਕ ਹੈ ਅਤੇ ਐਥਲੀਟ ਦਰਸ਼ਕ ਨਹੀਂ ਹਨ। ਇਸੇ ਤਰ੍ਹਾਂ ਸਟੂਡੈਂਟ ਸਾਡੀ ਐਕਸਰਸਾਈਜ਼ ਦਾ ਦੂਸਰਾ ਕੁਐਸਚਨ ਹੈ ਕਿ ਦ ਪੋਇਟ ਐਡਮਾਇਰਸ ਦ ਐਥਲੀਟਸ, ਕਿ ਕਵੀ ਐਥਲੀਟਸ ਨੂੰ ਪਸੰਦ ਵੀ ਕਰਦਾ ਹੈ, ਉਹਨਾਂ ਦੀ ਇੱਜ਼ਤ ਵੀ ਕਰਦਾ ਹੈ। ਗਿਵ ਰੀਜ਼ਨਸ ਫॉर ਦਿਸ ਐਡਮੀਰੇਸ਼ਨ, ਇਹ ਜਿਹੜੀ ਉਸ ਦੀ ਇੱਜ਼ਤ ਹੈ ਜੋ ਉਹ ਐਥਲੀਟਸ ਲਈ ਦਿਖਾਉਂਦਾ ਹੈ, ਉਸ ਦੇ ਸਾਹਮਣੇ ਰੀਜ਼ਨਸ ਦੱਸਣੇ, ਕਾਰਨ ਦੱਸਣੇ। ਤਾਂ ਅਸੀਂ ਇਹ ਵਾਲੀਆਂ ਲਾਈਨਸ ਲਿਖ ਸਕਦੇ ਹਾਂ ਕਿ ਬਟ ਹੀ ਐਡਮਾਇਰਸ ਦ ਐਥਲੀਟਸ ਫॉर देयर ਫਾਈਟਿੰਗ ਸਪਿਰਿਟ ਐਂਡ ਹੈਰੋਇਕ ਡੀਡਸ, ਕਿ ਉਹ ਐਥਲੀਟਸ ਦੀ ਇੱਜ਼ਤ ਕਰਦਾ ਹੈ। ਐਡਮਾਇਰ ਦਾ ਮਤਲਬ ਹੁੰਦਾ ਬੱਚਿਓ ਇੱਜ਼ਤ ਕਰਨਾ। ਕਿਉਂ ਕਰਦਾ ਹੈ? ਤਾਂ ਅਸੀਂ ਦੋ ਕਾਰਨ ਲਿਖਤੇ ਕਿ ਇੱਕ ਤਾਂ ਉਹਨਾਂ ਦੀ ਜਿਹੜੀ ਫਾਈਟਿੰਗ ਸਪਿਰਿਟ ਕਰਕੇ, ਕਿ ਲੜਨ ਦਾ ਜਿਹੜਾ ਜਜ਼ਬਾ ਹੈ, ਭਾਵਨਾ। ਸਪਿਰਿਟ ਦਾ ਮਤਲਬ ਇੱਥੇ ਤੁਸੀਂ ਜਜ਼ਬਾ ਕਹਿ ਲਓ ਜਾਂ ਭਾਵਨਾ ਕਹਿ ਲਓ, ਜੋ ਉਹ ਜਿੱਤਣ ਦੇ ਲਈ ਪੂਰੀ ਜ਼ੋਰ ਲਗਾਉਂਦੇ ਨੇ, ਉਸ ਚੀਜ਼ ਕਰਕੇ ਉਹਨਾਂ ਦੀ ਇੱਜ਼ਤ ਕਰਦਾ ਹੈ। ਅਤੇ ਦੂਸਰਾ ਹੈਰੋਇਕ ਡੀਡਸ, ਹੀਰੋ ਸ਼ਬਦ ਤੋਂ ਹੈਰੋਇਕ ਬਣਦਾ ਬੱਚਿਓ, ਤਾਂ ਹੀਰੋਆਂ ਵਰਗੇ ਜਿਹੜੇ ਉਹ ਕੰਮ ਕਰਦੇ ਨੇ ਖੇਡ ਦੇ ਮੈਦਾਨ ਦੇ ਵਿੱਚ। ਡੀਡਸ ਦਾ ਮਤਲਬ ਇੱਥੇ ਬੱਚਿਓ ਕੰਮ ਕਹਿ ਸਕਦੇ ਹੋ। ਹੁਣ ਕਈ ਵਾਰੀ ਇੱਕੋ ਹੀ ਖਿਡਾਰੀ ਪੂਰੀ ਟੀਮ ਨੂੰ ਜਿਤਾ ਜਾਂਦਾ ਹੈ, ਤਾਂ ਉਸ ਖਿਡਾਰੀ ਨੇ ਇੱਕ ਤਰ੍ਹਾਂ ਦਾ ਹੈਰੋਇਕ ਡੀਡ ਹੀ ਕੀਤਾ ਹੈ। ਇਹਨਾਂ ਦੋ ਕਾਰਨਾਂ ਕਰਕੇ ਉਹ ਐਥਲੀਟਸ ਨੂੰ ਐਡਮਾਇਰ ਕਰਦਾ ਹੈ। ਕਿਹੜੇ ਕਾਰਨ ਹੋ ਗਏ ਜੀ? ਇੱਕ ਤਾਂ ਫਾਈਟਿੰਗ ਸਪਿਰਿਟ ਅਤੇ ਦੂਸਰਾ ਹੈਰੋਇਕ ਡੀਡਸ। ਸਾਡਾ ਥਰਡ ਕੁਐਸਚਨ ਬਣਦਾ ਹੈ ਕਿ ਵਾਈ ਡਜ਼ ਹੀ ਕਾਲ ਹਿਸ ਸਪਿਰਿਟ ਬੈਸ਼ਫੁਲ, ਤਾਂ ਉਹ ਆਪਣੇ ਆਪ ਨੂੰ, ਆਪਣੀ ਆਤਮਾ ਨੂੰ ਬੈਸ਼ਫੁਲ ਕਿਉਂ ਮੰਨਦਾ ਹੈ? ਬੈਸ਼ਫੁਲ ਦਾ ਮਤਲਬ ਬੱਚੇ ਮੈਂ ਤੁਹਾਨੂੰ ਦੱਸਿਆ ਸੀ ਸ਼ਾਏ, ਸ਼ਰਮੀਲੀ, ਜਾਂ ਕਈ ਵਾਰੀ ਕੁਛ ਇਨਸਾਨ ਝੇਪ ਖਾਂਦੇ ਨੇ, ਕਿਸੇ ਗੱਲ ਨੂੰ ਕਰਨ ਤੋਂ ਕਤਰਾਉਂਦੇ ਨੇ, ਤਾਂ ਅਸੀਂ ਉਸ ਸਮੇਂ ਕਹਿੰਦੇ ਹਾਂ ਕਿ ਉਹ ਬੈਸ਼ਫੁਲ ਹੈ। ਇੱਥੇ ਹੁਣ ਉਹ ਖੇਡਣ ਤੋਂ ਗੁਰੇਜ਼ ਕਰਦਾ ਹੈ, ਖੇਡਣ ਤੋਂ ਕਤਰਾਉਂਦਾ ਹੈ, ਝੇਪ ਖਾਂਦਾ ਹੈ, ਤਾਂ ਉਹ ਇਸ ਤਰ੍ਹਾਂ ਕਿਉਂ ਸੋਚਦਾ ਹੈ? ਤਾਂ ਅਸੀਂ ਇਹਦਾ ਆਨਸਰ ਇਹ ਵੀ ਲਿਖ ਸਕਦੇ ਹਾਂ ਬੱਚਿਓ ਕਿ ਹੀ ਕਾਲਸ ਹਿਸ ਸਪਿਰਿਟ ਬੈਸ਼ਫੁਲ ਬਿਕੋਜ਼ ਹੀ ਆਲਵੇਜ਼ ਫੀਲ ਸ਼ਾਏ ਫॉर ਟੇਕਿੰਗ ਪਾਰਟ ਇਨ ਐਨੀ ਗੇਮ, ਕਿ ਉਹ ਆਪਣੀ ਸਪਿਰਿਟ ਨੂੰ ਬੈਸ਼ਫੁਲ ਕਹਿੰਦਾ ਹੈ ਕਿਉਂਕਿ ਉਹ ਹਮੇਸ਼ਾ ਸ਼ਾਏ ਫੀਲ ਕਰਦਾ ਹੈ। ਕਾਹਦੇ ਲਈ? ਕਿ ਉਹ ਕਿਸੇ ਵੀ ਗੇਮ ਦੇ ਵਿੱਚ ਪਾਰਟੀਸਪੇਟ ਕਰੇ, ਉਸ ਦੇ ਵਿੱਚ ਭਾਗ ਲਵੇ। ਟੇਕ ਪਾਰਟ ਦਾ ਮਤਲਬ ਹੁੰਦਾ ਹੈ ਭਾਗ ਲੈਣਾ। ਤਾਂ ਬੱਚੇ ਉਹ ਕੁਝ ਵਰਡ ਜਿਹੜੇ ਹੁੰਦੇ ਨੇ ਨਾ ਉਹ ਗਰੁੱਪ 'ਚ ਆਉਂਦੇ ਨੇ, ਤਾਂ ਉਹਨਾਂ ਨੂੰ ਸਾਨੂੰ ਐਵੇਂ ਹੀ ਯਾਦ ਕਰਨਾ ਚਾਹੀਦਾ ਕਿ ਜਿਵੇਂ ਟੇਕ ਪਾਰਟ ਦਾ ਮਤਲਬ ਹੋ ਗਿਆ ਕਿਸੇ ਮੁਕਾਬਲੇ ਦੇ ਵਿੱਚ ਭਾਗ ਲੈਣਾ, ਫੀਲ ਸ਼ਾਏ ਦਾ ਮਤਲਬ ਹੁੰਦਾ ਹੈ ਸ਼ਰਮ ਮਹਿਸੂਸ ਕਰਨਾ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਸੈਂਟੈਂਸਿਸ ਨੂੰ ਯਾਦ ਕਰਨਾ ਹੈ ਤਾਂ ਤੁਸੀਂ ਇਸੇ ਤਰੀਕੇ ਨਾਲ ਯਾਦ ਕਰਨਾ ਹੈ। ਇਸੇ ਤਰ੍ਹਾਂ ਸਾਡਾ ਫੋਰਥ ਕੁਐਸਚਨ ਬਣਦਾ ਹੈ ਕਿ ਰਾਈਟ ਆ ਫਿਊ ਲਾਈਨਸ ਔਨ ਦਾ ਸਟਰਗਲ ਬਿਟਵੀਨ ਦਾ ਪੋਇਟਸ ਈਗੋ ਐਂਡ ਪ੍ਰੂਡੈਂਸ, ਕਿ ਸਾਨੇ ਕੁਝ ਲਾਈਨਾਂ ਲਿਖਣੀਆਂ ਨੇ ਜਿਸ ਦੇ ਵਿੱਚ ਕਿ ਪੋਇਟ ਦੀ ਜਿਹੜੀ ਈਗੋ ਦਾ ਮਤਲਬ ਇੱਥੇ ਹਿਊਮੇ ਨੂੰ ਕਹਿ ਸਕਦੇ ਹੋ, ਅਤੇ ਪ੍ਰੂਡੈਂਸ ਦਾ ਮਤਲਬ ਉਸ ਦੀ ਅਕਲ। ਤਾਂ ਗੇਮਸ ਨੂੰ ਦੇਖ ਕੇ ਪੋਇਟ ਦੇ ਅੰਦਰ ਜਿਹੜਾ ਇੱਕ ਸਟਰਗਲ, ਇੱਕ ਸੰਘਰਸ਼ ਦਾ ਛਿੜਦਾ ਹੈ ਉਸ ਦੀ ਈਗੋ ਅਤੇ ਪ੍ਰੂਡੈਂਸ ਦੇ ਵਿਚਕਾਰ, ਜਾਂ ਆਪਾਂ ਸਿੰਪਲ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਉਸ ਦੇ ਦਿਲ ਤੇ ਦਿਮਾਗ ਦੇ ਵਿਚਕਾਰ ਜਿਹੜਾ ਇੱਕ ਸਟਰਗਲ ਛਿੜਦਾ ਹੈ ਉਸ ਦੇ ਬਾਰੇ ਸਾਨੇ ਲਾਈਨਸ ਲਿਖਣੀਆਂ ਨੇ। ਤਾਂ ਸਟੂਡੈਂਟਸ ਜਦੋਂ ਅਸੀਂ ਪੋਇਮ ਦੀ ਐਕਸਪਲੇਨੇਸ਼ਨ ਪੜ੍ਹੀ ਸੀ ਤਾਂ ਉਦੋਂ ਸਾਨੂੰ ਪਤਾ ਲੱਗਿਆ ਸੀ ਕਿ ਕਈ ਵਾਰੀ ਜਦੋਂ ਕੋਈ ਖਿਡਾਰੀ ਕੋਈ ਹੀਰੋਆਂ ਵਰਗੇ ਕੰਮ ਕਰਕੇ ਆਪਣੀ ਟੀਮ ਨੂੰ ਜਿਤਾ ਦਿੰਦਾ ਹੈ ਤਾਂ ਕਈ ਵਾਰੀ ਉਸ ਦੀ ਈਗੋ ਉਸ ਨੂੰ ਕਹਿੰਦੀ ਹੈ ਕਿ ਮਨਾ ਤੂੰ ਵੀ ਚੱਲ, ਤੂੰ ਵੀ ਇਸ ਤਰ੍ਹਾਂ ਵਾਵਾ ਖੱਟ ਜਾ ਕੇ ਮੈਦਾਨ ਦੇ ਵਿੱਚ ਹੀਰੋਆਂ ਵਰਗੇ ਕੰਮ ਜਿਹੜੇ ਖਿਡਾਰੀ ਕਰਦੇ ਨੇ ਤੂੰ ਵੀ ਕਰਕੇ ਦਿਖਾ। ਪਰੰਤੂ ਫਿਰ ਉਸ ਦੀ ਅਕਲ ਉਸ ਨੂੰ ਚੁੱਪ ਕਰਕੇ ਬਿਠਾ ਦਿੰਦੀ ਹੈ ਕਿ ਕਿਤੇ ਭਾਈ ਤੂੰ ਸੱਟ ਨਾ ਖਾ ਬੈਠੀ। ਤਾਂ ਅਸੀਂ ਉੱਥੋਂ ਹੀ ਲਾਈਨਸ ਲਈਆਂ ਨੇ ਕਿ ਹਿਜ਼ ਈਗੋ ਵਾਂਟਸ ਟੂ ਪਲੇ ਗੇਮਸ, ਕਿ ਉਸ ਦੀ ਜਿਹੜੀ ਈਗੋ ਹੈ, ਉਸ ਦਾ ਜਿਹੜਾ ਹਿਊਮੇ ਹੈ, ਉਹ ਚਾਹੁੰਦਾ ਹੈ ਕਿ ਉਹ ਗੇਮਸ ਖੇਡੇ, ਟੂ ਪਲੇ ਗੇਮਸ, ਬਟ ਹਿਜ਼ ਪ੍ਰੂਡੈਂਸ ਟੈਲਸ ਹਿਮ ਟੂ ਸਟੇ ਅਵੇ ਫਰੋਮ ਦਾ ਗੇਮਸ, ਪਰੰਤੂ ਉਸ ਦੀ ਜਿਹੜੀ ਅਕਲ ਹੈ, ਪ੍ਰੂਡੈਂਸ ਦਾ ਮਤਲਬ ਇੱਥੇ ਅਕਲ ਕਹਿ ਸਕਦੇ ਹੋ, ਉਸ ਨੂੰ ਦੱਸਦੀ ਹੈ ਕਿ ਉਹ ਸਟੇ ਅਵੇ, ਕਿ ਉਹ ਦੂਰ ਰਹੇ ਫਰੋਮ ਦਾ ਗੇਮਸ ਤੋਂ, ਕਿ ਕਿਤੇ ਤੂੰ ਸੱਟ ਨਾ ਖਾ ਬੈਠੀ। ਹੁਣ ਇੱਥੇ ਜਿਹੜਾ ਹਿਊਮੇ ਹੈ ਇੱਕ ਤਰ੍ਹਾਂ ਇਹ ਉਸ ਦੇ ਦਿਲ ਦੀ ਆਵਾਜ਼ ਹੈ, ਉਸ ਦਾ ਦਿਲ ਉਸ ਨੂੰ ਕਹਿੰਦਾ ਕਿ ਮਨਾ ਚੱਲ ਤੂੰ ਵੀ ਮੈਦਾਨ 'ਚ ਕੁਛ ਕਰਕੇ ਦਿਖਾ, ਕੁਛ ਬਣ ਕੇ ਦਿਖਾ। ਪਰੰਤੂ ਫਿਰ ਉਸ ਦਾ ਦਿਮਾਗ ਉਹਨੂੰ ਕਹਿੰਦਾ ਕਿ ਨਹੀਂ, ਜੇ ਤੂੰ ਮੈਦਾਨ 'ਚ ਗਿਆ ਤਾਂ ਕਿਸੇ ਖਿਡਾਰੀ ਨੇ ਤੇਰੀ ਲੱਤ ਬਾਂਹ ਤੋੜ ਦੇਣੀ ਹੈ, ਸਾਰੀ ਉਮਰ ਲਈ ਤੂੰ ਨਕਾਰਾ ਬਣ ਜਾਏਗਾ, ਬਹਿ ਜਾ, ਦਰਸ਼ਕ ਬਣ ਕੇ ਤੂੰ ਟਿਕਿਆ ਰਹਿ। ਤਾਂ ਫਿਰ ਕੀ ਹੁੰਦਾ ਜੀ ਕਿ ਇਨ ਦਿਸ ਸਟਰਗਲ ਹਿਜ਼ ਪ੍ਰੂਡੈਂਸ ਵਿਨਸ ਓਵਰ ਹਿਜ਼ ਈਗੋ, ਤਾਂ ਇਸ ਸੰਘਰਸ਼ ਦੇ ਦੌਰਾਨ, ਇਨ ਦਿਸ ਸਟਰਗਲ, ਇਸ ਸੰਘਰਸ਼ ਦੇ ਵਿੱਚ ਜਿਹੜੀ ਉਸ ਦੀ ਪ੍ਰੂਡੈਂਸ ਹੈ, ਜੋ ਉਸ ਦੀ ਅਕਲ ਹੈ ਜਾਂ ਦਿਮਾਗ ਕਹਿ ਲਓ, ਵਿਨਸ ਓਵਰ, ਵਿਨ ਓਵਰ ਦਾ ਮਤਲਬ ਹੁੰਦਾ ਬੱਚਿਓ ਜਿੱਤਣਾ, ਉਹ ਜਿੱਤ ਪ੍ਰਾਪਤ ਕਰ ਲੈਂਦੀ ਹੈ ਕਿਸ ਤੋਂ? ਉਸ ਦੀ ਈਗੋ ਦੇ ਉੱਪਰੋਂ। ਮਤਲਬ ਇਹ ਆਪਾਂ ਕਹਿ ਸਕਦੇ ਹਾਂ ਕਿ ਉਸ ਦਾ ਦਿਮਾਗ ਦਿਲ ਤੇ ਭਾਰੀ ਪੈ ਜਾਂਦਾ ਹੈ। ਸਾਡੀ ਪਹਿਲੀ ਐਕਸਰਸਾਈਜ਼ ਦਾ ਲਾਸਟ ਕੁਐਸਚਨ ਹੈ ਜੀ ਕਿ ਲਿਸਟ ਦਾ ਥਿੰਗਸ ਦੈਟ ਦਾ ਪੋਇਟ ਇਜ਼ ਰੈਡੀ ਟੂ ਡੂ ਫॉर ਦਾ ਐਥਲੀਟਸ, ਕਿ ਕੁਝ ਗੱਲਾਂ ਲਿਖੋ ਜੋ ਕਿ ਪੋਇਟ ਐਥਲੀਟਸ ਦੇ ਨਾਲ ਕਰਨ ਲਈ ਤਿਆਰ ਹੈ। ਦੇਖੋ ਉਹ ਐਥਲੀਟਸ ਦੇ ਨਾਲ ਖੇਡਣ ਲਈ ਤਾਂ ਤਿਆਰ ਹੈ ਨਹੀਂ,
ਇਹ ਸਾਨੂੰ ਪੋਇਮ ਤੋਂ ਪਤਾ ਚੱਲਦਾ ਹੈ। ਪਰੰਤੂ ਬਿਲਕੁਲ ਪੋਇਮ ਦੀਆਂ ਕਨਕਲੂਡਿੰਗ ਲਾਈਨਸ ਲਾਸਟ ਲਾਈਨ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਕੁਝ ਗੱਲਾਂ ਕਰਨ ਲਈ ਐਥਲੀਟਸ ਨਾਲ ਤਿਆਰ ਹੈ। ਉਹ ਕਿਹੜੀਆਂ ਗੱਲਾਂ ਨੇ ਉਹ ਸਾਨੂੰ ਦੱਸਣੀਆਂ ਨੇ। ਤਾਂ ਇਸ ਦਾ ਅਸੀਂ ਆਨਸਰ ਇਹ ਲਿਖ ਸਕਦੇ ਹਾਂ ਕਿ ਹੀ ਇਜ਼ ਰੈਡੀ ਟੂ ਈਟ ਐਂਡ ਡਰਿੰਕ ਵਿਦ ਦ ਐਥਲੀਟਸ, ਕਿ ਉਹ ਤਿਆਰ ਹੈ ਕਿ ਉਹ ਐਥਲੀਟਸ ਨਾਲ ਬੈਠ ਕੇ ਖਾਣਾ ਖਾਵੇ ਅਤੇ ਉਹਨਾਂ ਦੇ ਨਾਲ ਬੈਠ ਕੇ ਡਰਿੰਕ ਕਰੇ। ਤਾਂ ਇਹ ਦੋ ਚੀਜ਼ਾਂ ਕਰਨ ਲਈ ਉਹ ਤਿਆਰ ਹੈ। ਉਹਨਾਂ ਦੇ ਨਾਲ ਪਾਰਟੀ ਵਗੈਰਾ ਕਰਨ ਲਈ ਤਿਆਰ ਹੈ, ਲੇਕਿਨ ਉਹਨਾਂ ਦੇ ਨਾਲ ਉਹ ਕੰਪੀਟ ਕਰਨ ਦੇ ਲਈ ਤਿਆਰ ਨਹੀਂ ਹੈ। ਇਹ ਵੀ ਅਸੀਂ ਲਾਈਨ ਲਿਖ ਸਕਦੇ ਹਾਂ ਕਿ ਬਟ ਹੀ ਇਜ਼ ਨੋਟ ਰੈਡੀ ਟੂ ਪਲੇ ਵਿਦ ਦੈਮ, ਕਿ ਉਹ ਉਹਨਾਂ ਦੇ ਨਾਲ ਖੇਡਣ ਦੇ ਲਈ ਤਿਆਰ ਨਹੀਂ ਹੈ, ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਮੈਂ ਇਹਨਾਂ ਦੇ ਨਾਲ ਖੇਡਾਂਗਾ ਤਾਂ ਮੇਰੀ ਬੋਡੀ ਤੇ ਕੋਈ ਇੰਜਰੀ ਆ ਸਕਦੀ ਹੈ। ਦ ਪੋਇਟ ਥਿੰਕਸ ਦੈਟ ਹੀ ਇਜ਼ ਕੰਟੈਂਟ ਵਿਦ ਬੀਇੰਗ ਅ ਸਪੈਕਟੇਟਰ, ਕਵੀ ਨੂੰ ਇਹ ਲੱਗਦਾ ਹੈ ਕਿ ਉਹ ਸੰਤੁਸ਼ਟ ਹੈ। ਹੀ ਇਜ਼ ਕੰਟੈਂਟ, ਕੰਟੈਂਟ ਦਾ ਮਤਲਬ ਹੁੰਦਾ ਬੱਚਿਓ ਸੈਟੀਸਫਾਈ ਜਾਂ ਸੰਤੁਸ਼ਟ ਹੋਣਾ, ਕਿ ਉਹ ਸੰਤੁਸ਼ਟ ਹੈ ਕਾਹਦੇ ਨਾਲ? ਵਿਦ ਬੀਇੰਗ ਅ ਸਪੈਕਟੇਟਰ, ਇੱਕ ਦਰਸ਼ਕ ਵਜੋਂ। ਬੀਇੰਗ ਅ ਸਪੈਕਟੇਟਰ ਦਾ ਮਤਲਬ ਦਰਸ਼ਕ ਵਜੋਂ ਉਹ ਸੰਤੁਸ਼ਟ ਹੈ, ਦਰਸ਼ਕ ਬਣ ਕੇ ਉਹ ਖੁਸ਼ ਹੈ। ਉਹ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਕੋਈ ਵੀ ਗੇਮ ਦੇਖ ਸਕਦਾ ਹੈ, ਲੇਕਿਨ ਗੇਮ ਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦਾ। ਤਾਂ ਬੱਚਿਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਸ ਪੋਇਮ ਦਾ ਜੋ ਮੇਨ ਕੁਐਸਚਨ ਬਣਦਾ ਹੈ, ਸੈਂਟਰਲ ਆਈਡੀਆ ਆਫ ਦਾ ਪੋਇਮ, ਉਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸਟੂਡੈਂਟਸ, ਪੋਇਮ ਦੇ ਸੈਂਟਰਲ ਆਈਡੀਆਜ਼ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਰਨ ਤੋਂ ਬਾਅਦ ਆਪਾਂ ਕੁਝ ਮਲਟੀਪਲ ਟਾਈਪ ਕੁਐਸਚਨਸ ਡਿਸਕਸ ਕਰਦੇ ਹਾਂ। ਇਹ ਤੁਹਾਡੀ ਸੈਕਿੰਡ ਐਕਸਰਸਾਈਜ਼ ਦੇ ਵਿੱਚ ਦਿੱਤੇ ਹੋਏ ਨੇ। ਜਿਵੇਂ ਕਿ ਤੁਹਾਨੂੰ ਪਹਿਲੀਆਂ ਦੋ ਲਾਈਨਸ ਦਿਖ ਰਹੀਆਂ ਨੇ, ਇਹ ਪੋਇਮ ਦੇ ਸੈਕਿੰਡ ਸਟੈਂਜ਼ੇ ਦੀਆਂ ਲਾਸਟ ਵਾਲੀਆਂ ਦੋ ਲਾਈਨਸ ਨੇ। ਮਾਈ ਲਿੰਪ ਐਂਡ ਬੈਸ਼ਫੁਲ ਸਪਿਰਿਟ ਫੀਡਸ ਔਨ ਅਦਰ ਪੀਪਲਸ ਹੈਰੋਇਕ ਡੀਡਸ। ਮੈਂ ਪੋਇਮ ਦੀ ਐਕਸਪਲੇਨੇਸ਼ਨ 'ਚ ਇਹ ਲਾਈਨਸ ਕਾਫੀ ਡਿਟੇਲ ਦੇ ਵਿੱਚ ਡਿਸਕਸ ਕੀਤੀਆਂ ਨੇ, ਤਾਂ ਮੈਂ ਇੱਕ ਵਾਰੀ ਚਾਹੂੰਗਾ ਬੱਚਿਓ ਕਿ ਜੇਕਰ ਤੁਸੀਂ ਐਕਸਪਲੇਨੇਸ਼ਨ ਵਾਲਾ ਵੀਡੀਓ ਨਹੀਂ ਦੇਖਿਆ ਤਾਂ ਫਿਰ ਇਹ ਵਾਲੇ ਜਿਹੜੇ ਮਲਟੀਪਲ ਚੋਇਸ ਵਾਲੇ ਕੁਐਸਚਨਸ ਨੇ ਇਹ ਸਮਝਣੇ ਔਖੇ ਹੋ ਜਾਂਦੇ ਨੇ, ਤਾਂ ਇੱਕ ਵਾਰੀ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ। ਤਾਂ ਹੁਣ ਇਹ ਦੋ ਲਾਈਨਸ ਦੇ ਕੇ ਸਾਨੂੰ ਬੱਚਿਓ ਇੱਕ ਕੁਐਸਚਨ ਪੁੱਛਿਆ ਗਿਆ ਹੈ ਅਤੇ ਉਸ ਦੇ 3 ਆਨਸਰਸ ਸਾਨੂੰ ਦਿੱਤੇ ਗਏ ਨੇ, ਜਿਸ ਦੇ ਵਿੱਚੋਂ ਸਾਨੂੰ ਸਹੀ ਆਨਸਰ ਚੂਜ਼ ਕਰਨਾ। ਤਾਂ ਪਹਿਲਾਂ ਅਸੀਂ ਕੁਐਸਚਨ ਦੇਖ ਲੈਂਦੇ ਹਾਂ ਕਿ ਵਾਟ ਡਜ਼ ਦਾ ਪੋਇਟ ਮੀਨ ਟੂ ਕਨਵੇ ਇਨ ਥੀਸ ਲਾਈਨਸ, ਕਿ ਕਵੀ ਇਹਨਾਂ ਲਾਈਨਸ ਦੇ ਵਿੱਚ ਕੀ ਚੀਜ਼ ਸਾਨੂੰ ਦੱਸਣੀ ਚਾਹੁੰਦਾ ਹੈ। ਕਨਵੇ ਦਾ ਮਤਲਬ ਹੁੰਦਾ ਹੈ ਕੋਈ ਸੁਨੇਹਾ ਦੇਣਾ, ਕਿ ਇਹਨਾਂ ਲਾਈਨਸ ਦੇ ਜ਼ਰੀਏ ਸਾਨੂੰ ਕਵੀ ਕਿਹੜਾ ਸੁਨੇਹਾ ਦੇਣਾ ਚਾਹੁੰਦਾ ਹੈ। ਸਿਲੈਕਟ ਦਾ ਪ੍ਰੋਪਰ ਆਪਸ਼ਨ, ਸਾਨੂੰ ਸਹੀ ਆਪਸ਼ਨ ਸਿਲੈਕਟ ਕਰਨੀ ਹੈ। ਤਾਂ ਬੱਚਿਓ ਅਸੀਂ ਇੱਕ ਇੱਕ ਕਰਕੇ ਆਪਸ਼ਨ ਲੈਣੇ ਆ। ਤਾਂ ਸਾਡੇ ਕੋਲੇ ਪਹਿਲਾ ਆਪਸ਼ਨ ਹੈ ਜੀ ਕਿ ਹੀ ਇਜ਼ ਨੋਟ ਸ਼ੋਰ ਆਫ ਹਿਜ਼ ਓਨ ਕੈਪੇਬਿਲਿਟੀਜ਼ ਟੂ ਪਰਫਾਰਮ ਸੱਚ ਡੀਡਸ। ਇਸ ਦਾ ਮਤਲਬ ਹੈ ਕਿ ਉਸ ਨੂੰ ਯਕੀਨ ਨਹੀਂ ਹੈ। ਸ਼ੋਰ ਆਫ ਦਾ ਮਤਲਬ ਹੁੰਦਾ ਯਕੀਨ ਹੋਣਾ, ਕਾਦੇ ਤੇ? ਆਪਣੀਆਂ ਕੈਪੇਬਿਲਿਟੀਜ਼ ਤੇ, ਜੋ ਉਸ ਦੀਆਂ ਆਪਣੀਆਂ ਯੋਗਤਾਵਾਂ ਨੇ। ਕੈਪੇਬਿਲਿਟੀਜ਼ ਦਾ ਮਤਲਬ ਇੱਥੇ ਯੋਗਤਾਵਾਂ ਹੋ ਗਿਆ। ਉਸ ਨੂੰ ਆਪਣੀ ਯੋਗਤਾ ਤੇ ਯਕੀਨ ਨਹੀਂ ਹੈ ਕਿ ਉਹ ਐਦਾਂ ਦੇ ਕੰਮ ਕਰ ਸਕਦਾ ਹੈ, ਐਦਾਂ ਦੇ ਕ੍ਰਿਸ਼ਮੇ ਕਰ ਸਕਦਾ ਹੈ ਜਿਵੇਂ ਕਿ ਖਿਡਾਰੀ ਕਰਦੇ ਨੇ। ਤਾਂ ਬੱਚਿਓ ਪਹਿਲਾਂ ਯਾਦ ਕਰੋ ਕਿ ਇਹ ਲਾਈਨ ਕਦੋਂ ਆਈ ਸੀ। ਇਹ ਲਾਈਨਸ ਬੱਚਿਓ ਸੈਕਿੰਡ ਸਟੈਂਜ਼ੇ 'ਚ ਆਈ ਸੀ। ਉਸਨੇ ਕਿਹਾ ਸੀ ਕਿ ਜਦੋਂ ਖਿਡਾਰੀ ਮੈਦਾਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲਿਬਾਸ ਦੇ ਵਿੱਚ, ਭੜਕੀਲੇ ਲਿਬਾਸ ਦੇ ਵਿੱਚ ਆਉਂਦੇ ਨੇ, ਫਿਰ ਇੱਕ ਦੂਜੇ ਨਾਲ ਉਹ ਸੰਘਰਸ਼ ਕਰਦੇ ਨੇ, ਇੱਕ ਦੂਜੇ ਨਾਲ ਕੰਪੀਟ ਕਰਦੇ ਨੇ, ਤਾਂ ਉਦੋਂ ਇਹ ਉਸਨੇ ਲਾਈਨਸ ਕਹੀਆਂ ਸੀ। ਤਾਂ ਪਹਿਲੀ ਆਪਸ਼ਨ ਦਾ ਮਤਲਬ ਇਹ ਹੋਇਆ ਕਿ ਜਿਸ ਤਰ੍ਹਾਂ ਖਿਡਾਰੀ ਖੇਡ ਦੇ ਮੈਦਾਨ 'ਚ ਕ੍ਰਿਸ਼ਮੇ ਦਿਖਾਉਂਦੇ ਨੇ, ਉਸ ਤਰ੍ਹਾਂ ਦੇ ਉਹ ਕ੍ਰਿਸ਼ਮੇ ਖੁਦ ਨਹੀਂ ਦਿਖਾ ਸਕਦਾ। ਉਸ ਨੂੰ ਸ਼ੱਕ ਹੈ, ਉਸ ਨੂੰ ਆਪਣੀਆਂ ਯੋਗਤਾਵਾਂ ਦੇ ਉੱਪਰ ਇੰਨਾ ਯਕੀਨ ਨਹੀਂ ਹੈ। ਉਸ ਨੂੰ ਇਹ ਲੱਗਦਾ ਹੈ ਕਿ ਮੇਰੇ ਅੰਦਰ ਇੰਨੀ ਕੈਪੇਬਿਲਿਟੀ ਨਹੀਂ ਹੈ ਕਿ ਮੈਂ ਖਿਡਾਰੀਆਂ ਵਾਂਗੂ ਜੋ ਉਹ ਕੰਮ ਕਰਦੇ ਨੇ ਹੀਰੋਆਂ ਵਰਗੇ ਉਹ ਕਰ ਸਕਾਂ। ਤਾਂ ਬੱਚਿਓ ਇੱਕ ਆਨਸਰ ਹੋ ਸਕਦਾ, ਆਪਾਂ ਇਸ ਨੂੰ ਇੱਕ ਵਾਰੀ ਆਪਣੇ ਮਨ 'ਚ ਰੱਖਦੇ ਹਾਂ, ਪਰ ਪਹਿਲਾਂ ਬਾਕੀ ਵੀ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ। ਤਾਂ ਬੀ ਹੈ ਜੀ ਕਿ ਹੀ ਡਜ਼ ਨੋਟ ਲਾਈਕ ਟੂ ਪਰਫਾਰਮ ਹੈਰੋਇਕ ਡੀਡਸ, ਕਿ ਉਹ ਹੀਰੋਆਂ ਵਾਲੇ ਕੰਮ ਕਰਨਾ ਨਹੀਂ ਪਸੰਦ ਕਰਦਾ। ਤਾਂ ਬੱਚਿਓ ਇਹ ਆਨਸਰ ਤਾਂ ਬਿਲਕੁਲ ਹੀ ਰੋਂਗ ਹੈ, ਕਿਉਂਕਿ ਉਸ ਦੀ ਈਗੋ ਉਸ ਨੂੰ ਮੋਟੀਵੇਟ ਕਰਦੀ ਹੈ। ਇੱਕ ਵਾਰੀ ਉਸ ਨੂੰ ਕਹਿੰਦੀ ਹੈ ਕਿ ਤੂੰ ਵੀ ਇੱਦਾਂ ਦੇ ਕੰਮ ਕਰ, ਅਤੇ ਇੱਕ ਵਾਰੀ ਤਾਂ ਉਹ ਤਿਆਰ ਵੀ ਹੋ ਜਾਂਦਾ ਹੈ। ਇਹ ਪੋਇਮ ਅਸੀਂ ਪੜ੍ਹੀ ਹੈ। ਪੋਇਮ ਦੇ ਵਿੱਚ ਜਦੋਂ ਈਗੋ ਉਸ ਨੂੰ ਕਹਿੰਦੀ ਹੈ ਕਿ ਤੂੰ ਵੀ ਜਾ ਕੇ ਮੈਦਾਨ ਦੇ ਵਿੱਚ ਆਪਣੇ ਜੌਹਰ ਦਿਖਾ ਕੇ ਆ, ਤਾਂ ਇੱਕ ਵਾਰੀ ਤਾਂ ਉਸ ਨੂੰ ਲੱਗਦਾ ਹੈ ਕਿ ਮੈਨੂੰ ਵੀ ਇੱਦਾਂ ਦੇ ਕੰਮ, ਹੀਰੋਆਂ ਵਰਗੇ ਕੰਮ ਕਰਨੇ ਚਾਹੀਦੇ ਨੇ, ਮੈਨੂੰ ਵੀ ਆਪਣੇ ਦਮ 'ਤੇ ਆਪਣੀ ਟੀਮ ਨੂੰ ਜਿਤਾਉਣਾ ਚਾਹੀਦਾ, ਮੈਂ ਵੀ ਕੁਝ ਇਹੋ ਜਿਹਾ ਕਰਾਂ। ਪਰੰਤੂ ਫਿਰ ਉਸ ਦੀ ਪ੍ਰੂਡੈਂਸ, ਉਸ ਦਾ ਦਿਮਾਗ ਉਸ ਨੂੰ ਰੋਕ ਲੈਂਦਾ ਕਿ ਨਹੀਂ, ਸੱਟ ਖਾ ਬੈਠੇਗਾ, ਬੈਠਾ ਰਹਿ ਤੂੰ। ਤਾਂ ਇਸ ਕਰਕੇ ਬੱਚਿਓ ਸਾਡਾ ਸੈਕਿੰਡ ਆਪਸ਼ਨ ਤਾਂ ਗਲਤ ਹੋ ਗਿਆ। ਇਹ ਹੈ ਕਿ ਹੀ ਸਕੇਅਰਡ ਆਫ ਗੈਟਿੰਗ ਹਰਟ ਵਾਈਲ ਪਰਫਾਰਮਿੰਗ ਸੱਚ ਡੀਡਸ। ਸਕੇਅਰਡ ਆਫ ਦਾ ਮਤਲਬ ਹੁੰਦਾ ਬੱਚਿਓ ਡਰਨਾ, ਅਫਰੇਡ ਆਫ, ਸਕੇਅਰਡ ਆਫ ਇੱਕੋ ਚੀਜ਼ ਹੁੰਦੀ ਹੈ। ਤਾਂ ਉਸ ਨੂੰ ਡਰ ਲੱਗਦਾ ਹੈ। ਗੈਟਿੰਗ ਹਰਟ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਸੱਟ ਖਾਣ ਤੋਂ ਉਹ ਡਰਦਾ ਹੈ। ਵਾਈਲ ਪਰਫਾਰਮਿੰਗ ਸੱਚ ਡੀਡਸ, ਇੱਦਾਂ ਦੇ ਕੰਮ ਦਿਖਾਉਣ 'ਤੇ ਜਿਹੜੇ ਸੱਟਾਂ ਲੱਗਦੀਆਂ ਨੇ ਉਸ ਤੋਂ ਡਰਦਾ ਹੈ। ਮੈਕਸੀਮਮ ਬੱਚੇ ਇਸ ਆਪਸ਼ਨ ਨੂੰ ਸਿਲੈਕਟ ਕਰ ਲੈਣਗੇ ਜੀ ਕਿ ਇਹੀ ਆਪਸ਼ਨ ਸਹੀ ਹੈ, ਬਿਕੋਜ਼ ਇਹ ਲਾਈਨ ਜਿਹੜੀ ਹੈ ਪੋਇਮ ਦੇ ਵਿੱਚ ਵੀ ਆਈ ਹੈ। ਪਰੰਤੂ ਜਦੋਂ ਵੀ ਬੱਚਿਓ ਅਸੀਂ ਮਲਟੀਪਲ ਚੋਇਸ ਕੁਐਸਚਨਸ ਇਸ ਤਰ੍ਹਾਂ ਦੇ ਹੱਲ ਕਰਨੇ ਹੁੰਦੇ ਨੇ, ਤਾਂ ਸਾਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਕੁਐਸਚਨ ਕਿਸ ਚੀਜ਼ ਦੇ ਬੇਸ 'ਤੇ ਪੁੱਛਿਆ ਗਿਆ। ਗੈਟਿੰਗ ਹਰਟ ਵਾਲੀ ਜਿਹੜੀ ਲਾਈਨ ਪੋਇਮ ਦੇ ਵਿੱਚ ਆਈ ਹੈ, ਉਹ ਸੈਕਿੰਡ ਸਟੈਂਜ਼ੇ 'ਚ ਨਹੀਂ ਆਈ, ਉਹ ਪੋਇਮ ਦੇ 3rd, 4th ਤੇ 6th ਸਟੈਂਜ਼ੇ ਦੇ ਵਿੱਚ ਆਈ ਹੈ।
परंतु ये लाइन्स जिवें कि मैं पहलां दस्सिया सैकेंड स्टैंजे वाली लाइन्स ने। इत्थे इसका आंसर बच्चिओ ये ना हो के साडा पहला आंसर है जो कि सही है कि उसनूं अपनी कैपेबिलिटीज़ ते शक है। इत्थे इसका आंसर बच्चिओ लाइन्स तो ही पता चलता है कि जिहड़ी मेरी बैशफुल स्पिरिट है जो कि एक शाई जी स्पिरिट है ऑन अदर पीपल्स हेरोइक डीड्स, वो दूसरे लोगों के हीरोआं वाले कामां दे उपर खुश हुंदी है। वो दूजे लोग जो कि जोहर दिखाते हैं अपनी गेमां दे विच कल्ले जिता जाते हैं टीम नूं, उन्होंने देख के बहुत खुश हुंदा है लेकिन वो आप नहीं करना चाहता। इत्थे इहदा आंसर बच्चिओ साडा ए बनेगा क्योंकि उसनूं अपनी कैपेबिलिटीज़ ते शक है। ये बड़ा इंपॉर्टेंट क्वेश्चन है बच्चों, थोड़ा ट्रिकी भी है क्योंकि मैक्सिमम स्टूडेंट जिवें कि मैं तुहानूं दस्सिआ है वो सी ते टिक लगा के आएंगे, लेकिन सी इसका आंसर नहीं है। इसका आंसर साडा ए है जो कि सही आंसर है। इस तरह बच्चों साडे कोले एक होर मल्टीपल चॉइस वाला क्वेश्चन है, सिर्फ इको ही लाइन दी गई है कि बाई टिकट्स वर देयर वेट इन रेडियम। ये साडे बिल्कुल लास्ट 6th स्टैंजे दे विच लाइन आती है। उस दे नाल ही रिलेटेड एक क्वेश्चन पूछा गया है कि सिलेक्ट द करैक्ट मीनिंग ऑफ दिस लाइन फ्रॉम द गिवन स्टेटमेंट्स, कि असी इस लाइन का जो सही मतलब है, सही मीनिंग है, वो नीचे दित्तियां गई स्टेटमेंट्स दे विचों सानूं चूज करना है। तो सानूं टोटल बच्चों 3 आंसर दिते गए ने जिन्हां दे विचों इको ही सही है। तो जेकर बच्चों असी पोइम का टैक्सट चंगी तरह समझिया है तो फिर असी इसका आंसर ईजिली देख पावांगे, नहीं तो फिर आपां बच्चों गैस वर्क ही करके आवांगे जो कि ज़्यादातर गलती हुंदे ने। तो असी एक ही करके इसका आंसर देखते हैं। तो पहला है जी कि द पोइट गिव्स रेडियम टू बाई टिकट्स, कि पोइट टिकट्स नूं बाय करन दे लई रेडियम दिंदा है। तो यह बिल्कुल ही गलत आंसर है बच्चों। तो रेडियम नूं दे के टिकटां खरीदण वाली तो गल ही नहीं हुई है, तो यह आंसर बिल्कुल ही गलत है। बी है जी द पोइट वुड पे एनीथिंग फॉर बाइंग टिकट्स टू वॉच द गेम्स, कि कवि गेम्स नूं देखण दे लई कोई भी टिकट नूं बाय करन दे लई टिकटां दी कोई भी कीमत देण नूं तैयार है, चाहे वो जिन्नियां मर्जी टिकटां महंगियां होण। वो गेम्स का इन्ना शौकीन है कि वह महंगी तो महंगी टिकट भी खरीद सकता है। तो बच्चों ये आंसर एक हो सकता है बिकॉज ये लाइन जो असीं एक्सप्लेनेशन पढ़ी सी तो जरूर आई सी, तो असीं एक बार इसनूं माइंड च रख लैंदे, परंतु एक बार असीं सी वाली ऑप्शन भी जरूर देखांगे। सी है जी द पोइट डज नॉट बाई टिकट्स, कि कवि टिकट्स बाय ही नहीं करता, खरीदता ही नहीं है। तो टोटली गलत है। कोई भी गेम देखने के लिए सानू बच्चों टिकट तो लैनी पैंदी है, तो वह तो बहुत सारिया गेम्स देखता है। तो पूरी पोइम दे विच असीं कई बारी कहा कि तरह तरह दी गेम्स देखने का शौकीन है, तो गेम्स देखने लिए तो टिकट उसनूं बाय करनी ही पैनी है। तो इस करके भी आंसर गलत हो गया। तो साडा जो आंसर जो असीं सोचिया सी वो आंसर बी ही है कि कवि कोई भी कीमत देने लिए तैयार है अपनी गेम्स नूं देखण दे लई। उम्मीद है बच्चों कि तुहानूं ये दोनों मल्टीपल चॉइस वाले जो क्वेश्चनस ने वो समझ आ गए होंगे। स्टूडेंट्स मैं +1 ਅਤੇ +2 क्लासिस ਦੇ जनरल इंग्लिश ਅਤੇ इलैक्टिव इंग्लिश ਦੇ बहुत सारे वीडियोज़ बनाए हुए हैं। इन्हां वीडियोज़ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ मेरिया बनाई हुई सारिया वीडियोज़ तुहानूं मिल जाएगियां। इस दे विच +1 +2 दियां सारिया क्लासिस दियां जो मैं वीडियोज़ बनाई हैं वो शामिल हैं। प्लेलिस्ट वाले सैक्शन ते जाके तुसी सारिया प्लेलिस्ट प्राप्त कर पाओगे, जिमें कि क्लास 12 की प्लेलिस्ट चौथे नंबर पर है। इस ते तुसी जाके जो व्यू फुल प्लेलिस्ट करोगे तो तुहानूं क्लास 12 दियां सारिया वीडियोज़ मिल जाएगियां। इस तरह तुसी बाकी क्लास 11 उन्हां दी प्लेलिस्ट ते जाके सारिया वीडियोज़ प्राप्त कर सकते हो। तो इस तरह मैं क्लास 11 ते क्लास 12 दियां ग्रैमर दियां वीडियो लिस्ट बनाई हुई है, तो वो सारिया वीडियोज़ तुहानूं प्राप्त हो जाएगियां। तो एक प्लेलिस्ट इंग्लिश इलैक्टिव क्लास 11 की भी है, उस दे विच तुहानूं सारिया क्लास 11 दियां प्लेलिस्ट प्राप्त हो जाएगियां। तो मैं तुहानूं सारिਆਂ ਨੂੰ अपील करता हाँ कि एक बार तुसी दीपक सूद लव लर्निंग टू लीड चैनल ते जरूर विजिट करो। स्टूडेंट साडी थर्ड एक्सरसाइज है जिस दे विच पोइम दियां 2 बहुत ही इंपॉर्टेंट लाइन्स लईयां गईयां ने ਅਤੇ ਉਸ ਦੇ ਨਾਲ ਰਿਲੇਟਡ ਸਾਨੂੰ 5 क्वेश्चनस पूछे गए ने। ਤਾਂ ਇਹ ਲਾਈਨਸ ਨੇ ਜੀ ਕਿ आई एम ग्लैड दैट when my struggle twixt prudence and ego prudence wins। ਤਾਂ पोइम ਦੇ 4th स्टैंजे ਦੀਆਂ ਇਹ ਲਾਸਟ 2 ਲਾਈਨਸ ਨੇ जिस दे विच कवि दे मन अंदर एक तरह का स्ट्रगल पैदा होंदा है जो कि उसके दिल ते दिमाग का संघर्ष होंदा है। दिल उसका कहता है कि वह भी हीरोआं वर्गे काम करे जिवें खिडारी करते हैं, एक खिडारी टीम नूं जिता दिंदा तो इहो जिहा काम वो भी करके दिखावे, परंतु फिर उसका दिमाग कहता है कि नहीं तू दर्शक के तौर पर स्पैक्टेटर के तौर पर वधिया, तू बैठा रह, तू गेम इंजॉय कर ते अपने शरीर का ख्याल कर। तो बच्चों मैं इन्हां दोनों लाइन्स की बहुत ही डिटेल दे विच एक्सप्लेनेशन समझाई सी तुहानूं
ਆਪਣੇ ਪਹਿਲੇ ਵੀਡੀਓ ਦੇ ਵਿੱਚ। ਉਮੀਦ ਹੈ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ ਤੇ ਫਿਰ ਤੁਸੀਂ ਇਹ ਵਾਲੇ ਆਨਸਰਸ ਈਜ਼ੀਲੀ ਦੇ ਪਾਓਗੇ। ਤਾਂ ਸਾਡਾ ਪਹਿਲਾ ਕੁਐਸਚਨ ਹੈ ਜੀ ਕਿ ਦਾ ਪੋਇਟਸ ਈਗੋ ਅਰਜਿਸ ਹਿਮ ਟੂ ਸ਼ੋ ਸਮ ਹੈਰੋਇਜ਼ਮ ਔਨ ਦਾ ਪਲੇ ਫੀਲਡ। ਪੋਇਟ ਦੀ ਜਿਹੜੀ ਈਗੋ ਹੈ, ਉਸਦਾ ਜਿਹੜਾ ਹਿਊਮੇ ਹੈ, ਉਹ ਉਸ ਨੂੰ ਇੱਕ ਤਰ੍ਹਾਂ ਨਾਲ ਪ੍ਰੇਰਨਾ ਦਿੰਦਾ ਹੈ। ਅਰਜ ਦਾ ਮਤਲਬ ਇੱਥੇ ਤਾਕੀਦ ਕਰਨਾ ਹੋ ਗਿਆ ਬੱਚਿਓ, ਪ੍ਰੇਰਨਾ ਦੇਣ ਤੋਂ ਹੋ ਗਿਆ ਕਿ ਉਹ ਹੀਰੋਇਜ਼ਮ ਦਿਖਾਵੇ, ਹੀਰੋਆਂ ਵਰਗੇ ਕੰਮ ਦਿਖਾਵੇ ਔਨ ਦਾ ਪਲੇ ਫੀਲਡ, ਖੇਡ ਦੇ ਮੈਦਾਨ। ਹਾਊ ਓਫਨ ਡਜ਼ ਹੀ ਸ਼ੋ ਇਟ, ਕਿੰਨੀ ਵਾਰੀ ਉਹ ਇਹ ਵਾਲਾ ਜਿਹੜਾ ਹੀਰੋਇਜ਼ਮ ਹੈ ਇਸ ਨੂੰ ਉਹ ਸ਼ੋ ਕਰਦਾ ਹੈ। ਇੱਥੇ ਇਟ ਦਾ ਮਤਲਬ ਬੱਚਿਓ ਹੀਰੋਇਜ਼ਮ ਹੈ ਜੋ ਕਿ ਪਲੇ ਫੀਲਡ ਤੇ ਦਿਖਾਇਆ ਜਾਂਦਾ ਹੈ। ਤਾਂ ਕੁਐਸਚਨ ਇਹ ਹੈ ਜੀ ਕਿ ਪੋਇਟ ਦੀ ਜਿਹੜੀ ਈਗੋ ਹੈ, ਉਸਦਾ ਹਿਊਮੇ ਉਸ ਨੂੰ ਪ੍ਰੇਰਨਾ ਦਿੰਦਾ ਹੈ ਕਿ ਉਹ ਵੀ ਖਿਡਾਰੀਆਂ ਵਾਂਗੂ ਕ੍ਰਿਸ਼ਮੇ ਕਰਕੇ ਦਿਖਾਵੇ ਖੇਡ ਦੇ ਮੈਦਾਨ 'ਚ। ਤਾਂ ਉਹ ਇੱਦਾਂ ਦੇ ਕ੍ਰਿਸ਼ਮੇ ਕਿੰਨੀ ਵਾਰੀ ਕਰਕੇ ਦਿਖਾਉਂਦਾ ਹੈ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜਦੋਂ ਈਗੋ ਉਸ ਨੂੰ ਪ੍ਰੇਰਿਤ ਕਰਦੀ ਹੈ ਕਿ ਤੂੰ ਵੀ ਜਾ ਖੇਡ ਦੇ ਮੈਦਾਨ 'ਚ ਆਪਣੇ ਜੋਹਰ ਦਿਖਾ, ਪਰੰਤੂ ਫਿਰ ਉਸ ਦੀ ਪ੍ਰੂਡੈਂਸ ਉਸ ਨੂੰ ਰੋਕ ਲੈਂਦੀ ਹੈ ਹਮੇਸ਼ਾ ਤੇ ਕਹਿੰਦੀ ਹੈ ਕਿ ਤੂੰ ਦਰਸ਼ਕ ਦੇ ਤੌਰ ਤੇ ਵਧੀਆ। ਤਾਂ ਇਸ ਕਰਕੇ ਉਹ ਕਦੇ ਵੀ ਪਲੇ ਫੀਲਡ ਤੇ, ਖੇਡ ਦੇ ਮੈਦਾਨ ਤੇ ਹੀਰੋਇਜ਼ਮ ਨਹੀਂ ਦਿਖਾਉਂਦਾ। ਤਾਂ ਅਸੀਂ ਇਹਦਾ ਆਨਸਰ ਲਿਖਾਂਗੇ ਕਿ ਹੀ ਨੈਵਰ ਸ਼ੋਜ਼ ਐਨੀ ਹੀਰੋਇਜ਼ਮ ਔਨ ਦਾ ਪਲੇ ਫੀਲਡ। ਉਹ ਪਲੇ ਫੀਲਡ ਤੇ ਕਦੇ ਵੀ ਕੋਈ ਹੀਰੋਇਜ਼ਮ, ਹੀਰੋਆਂ ਵਰਗੇ ਕੰਮ ਨਹੀਂ ਦਿਖਾਉਂਦਾ। ਹੀ ਇਜ਼ ਕੰਟੈਂਟ ਵਿਦ ਬੀਇੰਗ ਅ ਸਪੈਕਟੇਟਰ। ਤਾਂ ਇਹ ਲਾਈਨ ਅਸੀਂ ਸੈਂਟਰਲ ਆਈਡੀਆ ਵਾਲੇ ਆਨਸਰ ਦੀ ਲਾਸਟ ਲਾਈਨ ਲਈ ਹੈ ਕਿ ਉਹ ਸੈਟਿਸਫਾਈਡ ਹੈ, ਉਹ ਸੰਤੁਸ਼ਟ ਹੈ ਇੱਕ ਦਰਸ਼ਕ ਦੇ ਤੌਰ ਤੇ। ਸੈਕਿੰਡ ਕੁਐਸਚਨ ਹੈ ਜੀ ਕਿ ਡੂ ਯੂ ਥਿੰਕ ਹੀ ਵਾਂਟਸ ਟੂ ਸ਼ੋ ਦਿਸ ਹੀਰੋਇਜ਼ਮ। ਕੀ ਤੁਸੀਂ ਸੋਚਦੇ ਹੋ ਕਿ ਉਹ ਇਸ ਤਰ੍ਹਾਂ ਦਾ ਹੀਰੋਇਜ਼ਮ, ਇਸ ਤਰ੍ਹਾਂ ਦੇ ਹੀਰੋਆਂ ਵਰਗੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਹੈ। ਤਾਂ ਬੱਚਿਓ ਇਹਦਾ ਆਨਸਰ ਅਸੀਂ ਆਲਰੇਡੀ ਦੇ ਚੁੱਕੇ ਹਾਂ। ਅਲਟੀਮੇਟਲੀ ਉਹ ਡਿਸਾਈਡ ਕਰਦਾ ਹੈ ਕਿ ਮੈਂ ਇਦਾਂ ਦੇ ਹੀਰੋਇਜ਼ਮ ਵਾਲੇ ਕੰਮ ਨਹੀਂ ਕਰੂੰਗਾ, ਮੈਂ ਗੇਮ ਦੇ ਵਿੱਚ ਕਦੇ ਵੀ ਪਾਰਟਿਸਿਪੇਟ ਨਹੀਂ ਕਰੂੰਗਾ। ਤਾਂ ਇਹਦਾ ਆਨਸਰ ਅਸੀਂ ਬੱਚਿਓ ਨੋ 'ਚ ਲਿਖਾਂਗੇ। ਵੈਸੇ ਵੀ ਬੱਚਿਓ ਜਦੋਂ ਵੀ ਕੋਈ ਵੀ ਕੁਐਸਚਨ ਕਿਸੇ ਵੀ ਹੈਲਪਿੰਗ ਵਰਬ ਨਾਲ ਸ਼ੁਰੂ ਹੁੰਦਾ ਹੈ ਤਾਂ ਉਸਦਾ ਆਨਸਰ ਯੈਸ ਔਰ ਨੋ 'ਚ ਹੁੰਦਾ ਹੈ। ਤਾਂ ਅਸੀਂ ਇਸਦਾ ਆਨਸਰ ਲਿਖਾਂਗੇ ਕਿ ਨੋ, ਹੀ ਡਜ਼ ਨੋਟ ਵਾਂਟ ਟੂ ਸ਼ੋ ਦਿਸ ਹੀਰੋਇਜ਼ਮ, ਕਿ ਉਹ ਇਹ ਜਿਹੜੇ ਹੀਰੋਆਂ ਵਰਗੇ ਕੰਮ ਹੈ ਇਹ ਦਿਖਾਣਾ ਨਹੀਂ ਚਾਹੁੰਦਾ। ਤਾਂ ਥਰਡ ਕੁਐਸਚਨ ਹੈ ਜੀ ਕਿ ਰਾਈਟ ਅ ਸ਼ੋਰਟ ਨੋਟ ਔਨ ਦਾ ਪੋਇਟਸ ਸਟਰਗਲ। ਕਿ ਪੋਇਟ ਦੇ ਮਨ ਦੇ ਵਿੱਚ ਜਿਹੜਾ ਇੱਕ ਸਟਰਗਲ ਚੱਲਦਾ ਹੈ, ਇੱਕ ਸੰਘਰਸ਼ ਚੱਲਦਾ ਹੈ ਜੋ ਕਿ ਦਿਲ ਤੇ ਦਿਮਾਗ ਦਾ ਇੱਕ ਸੰਘਰਸ਼ ਹੈ, ਉਸ ਦੀ ਪ੍ਰੂਡੈਂਸ ਤੇ ਈਗੋ ਦਾ ਸੰਘਰਸ਼ ਹੈ, ਉਸ ਦੇ ਬਾਰੇ ਸਾਨੂੰ ਇੱਕ ਸ਼ੋਰਟ ਨੋਟ ਲਿਖਣਾ ਹੈ। ਤਾਂ ਬੱਚਿਓ ਅਸੀਂ ਆਲਰੇਡੀ ਇਹਦਾ ਆਨਸਰ ਕਵਰ ਕਰ ਚੁੱਕੇ ਹਾਂ। ਤਾਂ ਪਹਿਲੀ ਐਕਸਰਸਾਈਜ਼ ਦੇ ਵਿੱਚ ਬੱਚਿਓ ਜਿਹੜਾ ਚੌਥਾ ਕੁਐਸਚਨ ਸੀ ਉਹ ਇਹੀ ਵਾਲਾ ਕੁਐਸਚਨ ਸੀ। ਇਸ ਦੀਆਂ ਲਾਈਨਸ ਅਸੀਂ ਆਲਰੇਡੀ ਸੈਂਟਰਲ ਆਈਡੀਆ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਤੁਸੀਂ ਉਹੀ ਆਨਸਰ ਇੱਥੇ ਲਿਖ ਸਕਦੇ। ਫੋਰਥ ਕੁਐਸਚਨ ਹੈ ਜੀ ਕਿ ਵਟ ਇਜ਼ ਹੀ ਗਲੈਡ ਅਬਾਊਟ। ਉਹ ਕਿਸ ਗੱਲ ਦੇ ਵਿੱਚ ਖੁਸ਼ ਹੈ। ਗਲੈਡ ਅਬਾਊਟ ਦਾ ਮਤਲਬ ਹੁੰਦਾ ਬੱਚਿਓ ਖੁਸ਼ ਹੋਣਾ। ਤਾਂ ਬੱਚਿਓ ਬਿਲਕੁਲ ਸੇਮ ਕੁਐਸਚਨ ਅਸੀਂ ਪਹਿਲੀ ਐਕਸਰਸਾਈਜ਼ ਦਾ ਜੋ ਪਹਿਲਾ ਕੁਐਸਚਨ ਸੀ ਕਿ ਵਟ ਇਜ਼ ਦਾ ਪੋਇਟ ਗਲੈਡ ਅਬਾਊਟ, ਇਹ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਸੈਂਟਰਲ ਆਈਡੀਆ ਦੀਆਂ ਲਾਈਨਸ ਦੇ ਵਿੱਚ ਇਹਦਾ ਆਨਸਰ ਆ ਚੁੱਕਿਆ ਹੈ। ਤਾਂ ਤੁਸੀਂ ਉਹੀ ਲਾਈਨਸ ਇੱਥੇ ਰੈਫਰ ਕਰ ਸਕਦੇ। ਲਾਸਟ ਕੁਐਸਚਨ ਹੈ ਜੀ ਕਿ these two lines contain the theme of the poem, explain। ਕਿ ਇਹ ਜਿਹੜੀਆਂ ਦੋ ਲਾਈਨਸ ਨੇ, ਕਿਹੜੀਆਂ ਦੋ ਲਾਈਨਸ ਨੇ, ਆਹੀ ਵਾਲੀਆਂ ਜਿਹੜੀਆਂ ਦੋ ਲਾਈਨਸ ਨੇ, ਇਹਨਾਂ ਦੋਨਾਂ ਲਾਈਨਸ ਦੇ ਵਿੱਚ ਪੋਇਮ ਦਾ ਜਿਹੜਾ ਥੀਮ ਹੈ, ਜੋ ਮੇਨ ਆਈਡੀਆ ਹੈ, ਮੁੱਖ ਵਿਚਾਰ ਹੈ, ਉਹ ਸ਼ਾਮਿਲ ਹੈ। ਇਸ ਦੇ ਬਾਰੇ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਇਸ ਨੂੰ ਤੁਸੀਂ ਵਰਣਨ ਕਰੋ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਪੋਇਮ ਦਾ ਥੀਮ ਛੁਪਿਆ ਹੋਇਆ। ਤਾਂ ਬੱਚਿਓ ਇਹ ਜਿਹੜਾ ਈਗੋ ਤੇ ਪ੍ਰੂਡੈਂਸ ਦਾ ਸੰਘਰਸ਼ ਹੈ ਨਾ, ਇਹ ਸਿਰਫ ਪੋਇਟ ਦੇ ਮਨ ਤੇ ਨਹੀਂ ਚੱਲ ਰਿਹਾ, ਇਹ ਆਮ ਇਨਸਾਨ ਕੋਈ ਵੀ ਹੋ ਸਕਦਾ ਹੈ, ਉਸ ਦੇ ਮਨ 'ਚ ਇਹ ਗੱਲਾਂ ਆ ਜਾਂਦੀਆਂ ਨੇ। ਕਈ ਵਾਰੀ ਬੱਚਿਓ ਅਸੀਂ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ ਜਿੱਥੇ ਸਾਡਾ ਦਿਲ ਕੁਝ ਹੋਰ ਕਹਿੰਦਾ ਹੁੰਦਾ ਹੈ, ਦਿਮਾਗ ਕੁਝ ਹੋਰ ਕਹਿੰਦਾ ਹੁੰਦਾ ਹੈ। ਤਾਂ ਉੱਥੇ ਕਈ ਇਨਸਾਨ ਦਿਲ ਦੀ ਗੱਲ ਵੀ ਸੁਣਦੇ ਨੇ ਤੇ ਜ਼ਿਆਦਾਤਰ ਇਨਸਾਨ ਦਿਮਾਗ ਦੀ ਗੱਲ ਸੁਣਦੇ ਨੇ। ਇਹੀ ਗੱਲ ਇੱਥੇ ਕਹੀ ਗਈ ਹੈ। ਤਾਂ ਇਹੀ ਥੀਮ ਹੈ ਬੱਚਿਓ ਜੋ ਕਿ ਇੱਕ ਸੱਚਾਈ ਹੈ ਕਿ ਇਹ ਜਿਹੜੇ ਹਾਲਾਤ ਨੇ ਉਹ ਕਿਸੇ ਵੀ ਪਰਸਨ ਦੇ ਨਾਲ ਹੋ ਸਕਦੇ ਨੇ। ਤਾਂ ਦਿਲ ਤੇ ਦਿਮਾਗ ਦੇ ਸੰਘਰਸ਼ ਵਿੱਚ ਬੱਚਿਓ ਦੋ ਗੱਲਾਂ ਚੱਲਦੀਆਂ ਨੇ। ਦਿਲ ਹਮੇਸ਼ਾ ਉਹ ਗੱਲ ਕਰਨ ਨੂੰ ਕਹਿੰਦਾ ਜੋ ਉਸ ਨੂੰ ਪਸੰਦ ਹੁੰਦੀ ਹੈ, ਪਰੰਤੂ ਦਿਮਾਗ ਹਮੇਸ਼ਾ ਉਹ ਗੱਲ ਕਰਨ ਨੂੰ ਕਹਿੰਦਾ ਜੋ ਠੀਕ ਹੁੰਦੀ ਹੈ। ਤਾਂ ਅਸੀਂ ਇਹਦਾ ਆਨਸਰ ਲਿਖਾਂਗੇ ਕਿ ਮੈਨਸ ਈਗੋ ਅਰਜਿਸ ਹਿਮ ਟੂ ਡੂ ਵਾਟ ਹੀ ਲਾਈਕਸ। ਕਿ ਮਨੁੱਖ ਦੀ ਜਿਹੜੀ ਈਗੋ ਹੈ ਉਸ ਨੂੰ ਪ੍ਰੇਰਿਤ ਕਰਦੀ ਹੈ, ਹਮੇਸ਼ਾ ਉਸ ਨੂੰ ਤਾਕੀਦ ਦਿੰਦੀ ਹੈ ਕਿ ਉਹ ਕੰਮ ਕਰੇ ਜੋ ਉਸ ਨੂੰ ਪਸੰਦ ਹੈ। ਦੇਖੋ ਬੱਚਿਓ, ਦਿਲ ਹਮੇਸ਼ਾ ਉਸੇ ਗੱਲ ਵੱਲ ਜਾਂਦਾ ਹੈ ਜੋ ਉਸ ਨੂੰ ਪਸੰਦ ਹੁੰਦੀ ਹੈ। ਤਾਂ ਪਸੰਦ ਵਾਲੀ ਜਿਹੜੀ ਚੋਇਸ ਹੈ ਉਹ ਹਮੇਸ਼ਾ ਦਿਲ ਦੀ ਹੁੰਦੀ ਹੈ। ਹਿਸ ਪ੍ਰੂਡੈਂਸ ਆਸਕਸ ਹਿਮ ਟੂ ਡੂ ਵਾਟ ਇਜ਼ ਰਾਈਟ। ਪਰੰਤੂ ਉਸ ਦੀ ਪ੍ਰੂਡੈਂਸ, ਇਨਸਾਨ ਦੀ ਜਿਹੜੀ ਅਕਲ ਹੈ ਜਾਂ ਇੱਥੇ ਦਿਮਾਗ ਵੀ ਕਹਿ ਲਓ, ਉਸ ਨੂੰ ਕਹਿੰਦਾ ਹੈ ਕਿ ਉਹ ਕਰੇ ਜੋ ਸਹੀ ਹੈ। ਤਾਂ ਦਿਮਾਗ ਹਮੇਸ਼ਾ ਉਹ ਗੱਲ ਕਰਨ ਲਈ ਸਾਨੂੰ ਪ੍ਰੇਰਿਤ ਕਰਦਾ ਹੈ ਜੋ ਸਹੀ ਹੁੰਦੀ ਹੈ। ਦੇਖੋ, ਸਹੀ ਗਲਤ ਦਾ ਹਮੇਸ਼ਾ ਜਿਹੜਾ ਫੈਸਲਾ ਹੁੰਦਾ ਹੈ ਉਹ ਸਾਡਾ ਦਿਮਾਗ ਕਰਦਾ ਹੈ। ਦਿਲ ਹਮੇਸ਼ਾ ਜੋ ਚੀਜ਼ ਉਸ ਨੂੰ ਪਸੰਦ ਹੁੰਦੀ ਹੈ ਉਹ ਕਰਨ ਨੂੰ ਕਹਿੰਦਾ ਹੈ। ਤਾਂ ਇੱਥੇ ਦਿਲ ਤੇ ਦਿਮਾਗ ਦਾ ਸੰਘਰਸ਼ ਹੈ ਬੱਚਿਓ, ਜੋ ਕਿ ਕਿਸੇ ਵੀ ਇਨਸਾਨ ਨਾਲ ਹੋ ਸਕਦਾ ਹੈ। ਇਸੇ ਕਰਕੇ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਪੂਰੀ ਪੋਇਮ ਦਾ ਥੀਮ ਛੁਪਿਆ ਹੋਇਆ ਹੈ, ਜੋ ਕਿ ਇੱਕ ਸੱਚਾਈ ਵੀ ਹੈ। ਤਾਂ ਸਟੂਡੈਂਟਸ, ਇਸੇ ਦੇ ਨਾਲ ਸਾਡੇ ਸਾਰੇ ਕੁਐਸਚਨ ਆਨਸਰਸ ਕਵਰ ਹੁੰਦੇ ਨੇ। ਮੈਂ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰੇ ਕੁਐਸਚਨਸ ਜੋ ਕਿ ਤੁਹਾਡੀ ਟੈਕਸਟ ਬੁੱਕ ਦੇ ਵਿੱਚ ਦਿੱਤੇ ਹੋਏ ਨੇ ਉਹ ਸਮਝ ਆ ਜਾਣ, ਅਤੇ ਨਾਲ ਹੀ ਸੈਂਟਰਲ ਆਈਡੀਆ ਵੀ ਮੈਂ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਲਿਖਿਆ ਹੈ ਅਤੇ ਨਾਲ ਤੁਹਾਨੂੰ ਸਮਝਾਇਆ ਹੈ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ
ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +1 ਕਲਾਸ ਦੀਆਂ ਪੋਇਮਸ ਦੇ ਹੋਰ ਬਹੁਤ ਸਾਰੇ ਕੁਐਸਚਨ ਆਨਸਰਸ ਦੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ +1 ਕਲਾਸ ਦੇ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।